ਜੇਕਰ ਤੁਸੀਂ +2 ਕੀਤੀ ਹੋਈ ਹੈ, ਗੈਪ ਵੀ ਬਹੁਤ ਜ਼ਿਆਦਾ ਪੈ ਚੁੱਕਿਆ ਹੈ, ਪਰ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਕੈਨੇਡਾ ਵਿੱਚ, ਕੀ ਤੁਹਾਡੇ ਲਈ ਪੀਆਰ ਦੀ ਆਪਸ਼ਨ ਹੈ ਕਿ ਨਹੀਂ? ਅੱਜ ਡਿਟੇਲ ਵਿੱਚ ਤੁਹਾਨੂੰ ਪੀਆਰ ਪ੍ਰੋਸੈਸ ਬਾਰੇ ਸਮਝਾਉਣ ਜਾ ਰਹੇ ਹਾਂ, ਕੌਣ ਕਿਵੇਂ ਅਪਲਾਈ ਕਰ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ, ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਹਾਲਾਂਕਿ ਕਾਲਸ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ, ਪਰ ਸਭ ਤੋਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਕਰਵਾਉਣਾ ਚਾਹੂੰਗੀ। ਜਿਹੜੇ ਅੱਜ ਦੇ ਗੈਸਟ, ਅੱਜ ਦੇ ਮਹਿਮਾਨ ਸਾਡੇ ਨਾਲ ਸ਼ੋ ਵਿੱਚ ਨੇ, ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਤੋਂ ਵੀਜ਼ਾ ਐਕਸਪਰਟ ਰਿਤੂ ਬਿਰਲਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਿਤੂ ਜੀ, ਹਾਲਾਂਕਿ ਕਾਲਸ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ, ਪਰ ਆਪਾਂ ਪਹਿਲੀ ਕਾਲ ਇਸ ਲਈ ਨਹੀਂ ਰਿਸੀਵ ਕੀਤੀ ਕਿਉਂਕਿ ਬਹੁਤ ਸਾਰੇ ਸਵਾਲ ਸਾਡੇ ਕੋਲ ਆਉਂਦੇ ਆ ਲਗਾਤਾਰ। ਤੁਸੀਂ ਜਿਹੜੇ ਵੀ ਸਾਡੇ ਨਾਲ ਸ਼ੋਅ ਕੀਤੇ ਨੇ ਉਸ ਵਕਤ ਖਾਸ ਤੌਰ ਤੇ ਜਿਵੇਂ ਆਪਾਂ ਕਹੀਏ ਕਿ ਕੁਆਲੀਫਿਕੇਸ਼ਨ ਘੱਟ ਹੈ, +2 ਚਾਹੇ ਸਿਰਫ ਕੀਤੀ ਹੋਈ ਹੈ, ਗੈਪ ਬਹੁਤ ਜ਼ਿਆਦਾ ਹੈ, ਕਿ ਉਹਨਾਂ ਲਈ ਵੀ ਸੈਟਲਮੈਂਟ ਦਾ ਕੋਈ ਜ਼ਰੀਆ ਹੈ ਕੈਨੇਡਾ ਵਿੱਚ? ਕਿਉਂਕਿ ਕੰਮ ਕਈ ਕਰ ਰਹੇ ਹੁੰਦੇ ਨੇ, ਐਕਸਪੀਰੀਅੰਸ ਦਾ ਕੋਈ ਉਹਨਾਂ ਕੋਲ ਪ੍ਰੂਫ ਨਹੀਂ ਹੁੰਦਾ। ਬਿਲਕੁਲ ਮੈਮ, ਪੀਆਰ ਪ੍ਰੋਗਰਾਮ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਉਹ ਸਟਾਰਟ ਹੀ ਇੱਥੋਂ ਹੁੰਦਾ ਹੈ ਕਿ ਤੁਹਾਡੇ ਪੁਆਇੰਟ ਕਿੰਨੇ ਬਣ ਰਹੇ ਨੇ ਤੇ ਕਿਵੇਂ ਬਣ ਰਹੇ ਨੇ। ਬਹੁਤ ਸਾਰੇ ਇੱਦਾਂ ਦੇ ਐਪਲੀਕੈਂਟਸ ਹੁੰਦੇ ਆ, ਦੇ ਆਰ ਟ੍ਰੇਡ ਪਰਸਨ ਹੇਅਰ, ਪਲੰਬਰ ਹੈਗੇ, ਇਲੈਕਟ੍ਰੀਸ਼ੀਅਨ ਹੈਗੇ, ਵੈਲਡਰ ਹੈਗੇ, ਬਟ ਦੇ ਡੋਂਟ ਹੈਵ ਕ੍ਰਾਈਟੀਰੀਆ ਕਿ ਉਹ ਕਿਵੇਂ ਆਪਣੇ ਸੁਪਨੇ ਜਿਹੜੇ ਉਹਨਾਂ ਨੂੰ ਸਾਕਾਰ ਕਰ ਸਕਦੇ ਆ। ਤੇ ਪੀਆਰ ਪ੍ਰੋਗਰਾਮ ਦੇ ਵਿੱਚ ਵੀ ਹੈਵ ਸੋ ਮੈਨੀ ਆਪਸ਼ਨਸ ਫॉर ਟ੍ਰੇਡ ਪਰਸਨਸ, ਜਿਹੜੇ ਇੱਥੇ ਕੁੱਕ ਨੇ, ਸ਼ੈਫ ਨੇ, ਜਾਂ ਫਿਰ ਹੈਲਪਰਸ ਨੇ, ਕਿਚਨ ਦੇ ਵਿੱਚ ਕੰਮ ਕਰ ਰਹੇ ਨੇ, ਫੂਡ ਸੁਪਰਵਾਈਜ਼ਰ ਨੇ। ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਨੋਕ ਹੈ ਉਹ ਡਿਮਾਂਡ ਦੇ ਵਿੱਚ ਆ ਰਿਹਾ ਕਿਸੇ ਵੀ ਪ੍ਰੋਵਿੰਸ ਦੇ ਵਿੱਚ, ਬਟ ਦੇ ਆਰ ਲੈਕਿੰਗ ਵਿਦ ਸਮ ਪੁਆਇੰਟਸ। ਉਹਨਾਂ ਦੇ ਪੁਆਇੰਟ ਜਿਹੜੇ ਆ ਉਹ ਘੱਟ ਪੈ ਰਹੇ ਨੇ। ਤੇ ਸਾਡੀ ਜਿਹੜੀ ਟੀਮ ਹੈ ਕੈਨੇਡਾ ਦੇ ਵਿੱਚ, ਇੰਡੀਆ ਦੇ ਵਿੱਚ, ਅਸੀਂ ਮਿਲ ਕੇ ਉਹਨਾਂ ਦੇ ਜਿਹੜੇ ਪੁਆਇੰਟਸ ਹੈ ਉਹਨਾਂ ਨੂੰ ਕਵਰ ਕਰਾ ਕੇ ਉਹਨਾਂ ਦੀ ਜਿਹੜੀ ਪੀਆਰ ਹੈ ਉਹ ਜ਼ਰੂਰ ਕਰਾ ਕੇ ਦੇ ਰਹੇ ਨੇ। ਜੇ ਤੁਸੀਂ ਸਾਡੇ ਇੰਸਟਾ ਪੇਜ ਨੂੰ ਫੋਲੋ ਕਰਦੇ ਹੋ, ਤੁਸੀਂ ਚੈੱਕ ਕਰ ਸਕਦੇ ਹੋ ਕਿ ਡੇਲੀ ਬੇਸਿਸ ਤੇ ਸਾਡੀ ਜਿਹੜੀ ਪੀਆਰ ਹੈ, ਵਰਕ ਪਰਮਿਟਸ ਹੈ, ਉਹ ਆਉਂਦੇ ਪਏ ਨੇ। ਤੇ ਬਹੁਤ ਸਾਰੀ ਜਿਹੜੀ ਫੈਮਿਲੀਜ਼ ਨੇ ਉਹ ਉੱਥੇ ਸੈਟਲਮੈਂਟ ਜਿਹੜੀ ਹੈ ਆਪਣੀ ਲੈ ਰਹੀਆਂ ਨੇ। ਜੀ ਬਿਲकुल। ਤੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਸੀਂ, ਤੁਹਾਡਾ ਕੋਈ ਸਵਾਲ ਹੋਵੇ ਪੀਆਰ ਨੂੰ ਲੈ ਕੇ, ਚਾਹੇ ਕਿ ਸਟੱਡੀ ਵੀਜ਼ਾ, ਅਸੀਂ ਸ਼ੋਅ ਦੇ ਵਿੱਚ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਗੱਲ ਜ਼ਰੂਰ ਕਰਾਂਗੇ। ਤੁਹਾਡਾ ਕੋਈ ਵੀ ਸਵਾਲ ਹੈ ਸ਼ੋਅ ਦੇ ਦੌਰਾਨ ਵੀ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਡਿਸਪਲੇ ਜਿਸ ਉੱਪਰ ਕਾਲ ਕਰੋ ਤੇ ਸ਼ੋਅ ਦੇ ਦੌਰਾਨ ਹੀ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਹਾਸਿਲ ਕਰੋ। ਆਪਾਂ ਫਿਲਹਾਲ ਕੈਨੇਡਾ ਪੀਆਰ ਦੀ ਗੱਲ ਕਰ ਰਹੇ ਹਾਂ। ਸੋ ਇੱਥੇ ਆਪਾਂ ਅਗਰ ਗੱਲ ਕਰੀਏ, ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਅੱਜ ਕੱਲ੍ਹ ਕਈ ਤਰ੍ਹਾਂ ਦੀ ਜਾਣਕਾਰੀ ਹਾਸਿਲ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਜਾਣਕਾਰੀ ਦੇ ਉੱਪਰ ਵੀ ਸਟੂਡੈਂਟ ਕਈ ਵਾਰ ਬਹੁਤ ਭਰੋਸਾ ਕਰ ਲੈਂਦੇ ਨੇ, ਪਰ ਬਾਅਦ ਵਿੱਚ ਚੀਜ਼ਾਂ ਹੋਰ ਨਿਕਲਦੀਆਂ। ਸੋ ਸਹੀ ਜਾਣਕਾਰੀ ਲੈਣ ਦੇ ਲਈ ਜਾਂ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਕੀ ਸਹੀ ਹੈ, ਉਹਨਾਂ ਨੂੰ ਕਿਹੜੇ ਰਸਤੇ ਤੇ ਤੁਰਨਾ ਚਾਹੀਦਾ? ਮੈਮ, ਸਭ ਤੋਂ ਪਹਿਲਾਂ ਤਾਂ ਕੰਸਲਟੈਂਟ ਦੀ ਜਿਹੜੀ ਚੋਣ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਜਿੱਥੋਂ ਫਾਈਲ ਲਵਾ ਰਹੇ ਹੋ, ਉਹਨਾਂ ਦੇ ਕੋਲ ਲਾਇਸੈਂਸ ਹੈਗਾ ਹੈ ਕਿ ਨਹੀਂ ਹੈ। ਲਾਇਸੈਂਸ ਤੋਂ ਇਲਾਵਾ ਉਹਨਾਂ ਦੇ ਕੋਲ ਐਕਸਪੀਰੀਅੰਸ ਹੈਗਾ ਹੈ ਕਿ ਨਹੀਂ ਹੈ। ਲਾਇਸੈਂਸ ਵੀ ਕਈ ਲੋਕਾਂ ਦੇ ਕੋਲ ਹੈ ਬਟ ਦੇ ਡੋਂਟ ਹੈਵ ਐਕਸਪੀਰੀਅੰਸ। ਉਹਨਾਂ ਦੀ ਖੁਦ ਦੀ ਕਦੇ ਟਰੈਵਲਿੰਗ ਨਹੀਂ ਹੁੰਦੀ, ਕਦੇ ਕੋਈ ਵੀਜ਼ਾ ਨਹੀਂ ਲਾਇਆ ਹੁੰਦਾ। ਪਹਿਲਾਂ ਤੁਹਾਨੂੰ ਹਿਸਟਰੀ ਚੈੱਕ ਕਰਨੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿੰਨੇ ਟਾਈਮ ਤੋਂ ਕੰਮ ਕਰ ਰਹੇ ਨੇ, ਕਿੰਨਾ ਐਕਸਪੀਰੀਅੰਸ ਹੈ, ਕਿੰਨੇ ਕੇਸਿਸ ਨੂੰ ਉਹ ਕਿੱਦਾਂ ਰਿਪਰੈਜ਼ੈਂਟ ਕਰ ਰਹੇ ਨੇ। ਜਦੋਂ ਵੀ ਸਾਡੇ ਕੋਲ ਕੋਈ ਵੀ ਐਪਲੀਕੈਂਟ ਅਪਲਾਈ ਕਰਨ ਲਈ ਆਉਂਦਾ ਹੈ, ਅਸੀਂ ਉਹਨੂੰ ਫ੍ਰੀ ਆਫ ਕਾਸਟ ਕਾਉਂਸਲਿੰਗ ਪ੍ਰੋਵਾਈਡ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਪ੍ਰੋਫਾਈਲ ਦੇ ਰੈਲੇਵੈਂਟ ਕਿਹੜੇ ਵੀਜ਼ਾ ਤੇ ਤੁਸੀਂ ਆਪਣੀ ਫਾਈਲ ਜਿਹੜੀ ਅਪਲਾਈ ਕਰ ਸਕਦੇ ਹੋ। ਸਾਰਿਆਂ ਲਈ ਪੀਆਰ ਵੀ ਨਹੀਂ ਹੋ ਸਕਦਾ, ਸਾਰਿਆਂ ਲਈ ਸਟੂਡੈਂਟ ਵੀ ਨਹੀਂ ਹੋ ਸਕਦਾ, ਸਾਰਿਆਂ ਲਈ ਵਿਜ਼ਟਰ ਵੀ ਨਹੀਂ ਹੋ ਸਕਦਾ। ਦੇਰ ਆਰ ਸੋ ਮੈਨੀ ਕੈਟੇਗਰੀਜ਼ ਟੂ ਅਪਲਾਈ ਯੋਰ ਕੇਸ ਫॉर ਕੈਨੇਡਾ ਕੰਟਰੀ ਦੇ ਵਿੱਚ। ਬਹੁਤ ਸਾਰੇ ਤਰੀਕੇ ਨੇ। ਕਈ ਵਾਰੀ ਬਿਜ਼ਨਸਮੈਨ ਹੁੰਦਾ ਹੈ ਜਿਹਦਾ ਬਜਟ ਜ਼ਿਆਦਾ ਹੁੰਦਾ ਹੈ ਬਟ ਉਹ ਉੱਥੇ ਜਾ ਕੇ ਮਿਹਨਤ ਨਹੀਂ ਕਰਨਾ ਚਾਹੁੰਦਾ, ਉਹਨੂੰ ਜੌਬ ਨਹੀਂ ਚਾਹੀਦੀ, ਉਹਨੂੰ ਸਟੇਟਸ ਚਾਹੀਦਾ ਤੇ ਇੱਕ ਬਿਜ਼ਨਸ ਚਾਹੀਦਾ ਹੈ। ਵੀ ਹੈਵ ਕੈਪੇਬਲ ਟੀਮ ਜੋ ਤੁਹਾਨੂੰ ਉੱਥੇ ਇੱਕ ਬਿਜ਼ਨਸ ਵੀ ਇਨਵੈਸਟ ਕਰਾ ਕੇ ਦੇ ਸਕਦਾ ਹੈ ਕਿ ਇਸ ਬਿਜ਼ਨਸ ਦੇ ਰਾਹੀਂ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਉੱਥੇ ਸੈਟਲਮੈਂਟ ਲੈ ਸਕਦੇ ਹੋ, ਇੱਕ ਨਵਾਂ ਬਿਜ਼ਨਸ ਉੱਥੇ ਵੀ ਸਟਾਰਟ ਕਰ ਸਕਦੇ ਹੋ। ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਪ੍ਰੋਫਾਈਲ ਤੇ ਡਿਪੈਂਡ ਕਰਦੀਆਂ, ਕਿੱਦਾਂ ਦੀ ਪ੍ਰੋਫਾਈਲ ਨੂੰ ਕਿੱਦਾਂ ਦੀ ਕਾਉਂਸਲਿੰਗ ਜਿਹੜੀ ਹੈ ਦੇਣੀ ਚਾਹੀਦੀ ਹੈ, ਕਿੱਦਾਂ ਦੀ ਕਾਉਂਸਲਿੰਗ ਦੇ ਥਰੂ ਉਹਨੂੰ ਵੀਜ਼ਾ ਲੈ ਕੇ ਦੇਣਾ ਹੈ। ਜੀ ਬਿਲकुल। ਜਿਵੇਂ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਹੈ, ਆਪਾਂ ਇਸੇ ਦੇ ਉੱਪਰ ਅਗਰ ਅੱਗੇ ਤੁਰੀਏ, ਕੋਈ ਬਿਜ਼ਨਸ ਕਰਨਾ ਚਾਹੁੰਦਾ ਹੈ ਕੈਨੇਡਾ ਵਿੱਚ, ਤਾਂ ਉਸਦੇ ਲਈ ਪਿੱਛੇ ਕਿਹੜੇ ਪੁਆਇੰਟਸ ਸਟਰੋਂਗ ਹੋਣੇ ਚਾਹੀਦੇ ਨੇ, ਕਿਹੜੀ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਪੈਂਦਾ ਕਿ ਆਲਰੇਡੀ ਜਿਹੜਾ ਬਿਜ਼ਨਸ ਇੱਥੇ ਕਰ ਰਹੇ ਨੇ ਉਸੇ ਨੂੰ ਐਕਸਪੈਂਡ ਕਰਨ ਲਈ ਅੱਗੇ ਅਪਲਾਈ ਕਰ ਸਕਦੇ? ਮੈਮ, ਵੈਸੇ ਤਾਂ ਜੇ ਤੁਸੀਂ ਇੱਥੋਂ ਹੀ ਆਪਣਾ ਬਿਜ਼ਨਸ ਪਲਾਨ ਜਿਹੜਾ ਹੈ ਐਮਬੈਸੀ ਨੂੰ ਜਾਂ ਫਿਰ ਗਵਰਨਮੈਂਟ ਅਥਾਰਟੀਜ਼ ਨੂੰ ਪ੍ਰੋਵਾਈਡ ਕਰ ਦਿਓ, ਫਿਰ ਤੁਹਾਡੇ ਕੋਲ 5 ਸਾਲ ਦਾ ਪ੍ਰੀਵੀਅਸ ਐਕਸਪੀਰੀਅੰਸ ਸੇਮ ਫੀਲਡ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਬਟ ਜੇ ਤੁਸੀਂ ਇੱਥੋਂ ਕੋਈ ਸਟੇਟਸ ਲੈ ਕੇ ਜਾਂਦੇ ਹੋ, ਮੰਨ ਲਓ ਤੁਸੀਂ ਵਿਜ਼ਟਰ ਵੀਜ਼ਾ ਲੈ ਲਿਆ ਐਂਡ ਯੂ ਵਾਂਟ ਟੂ ਐਕਸਪਲੋਰ ਕਿ ਤੁਸੀਂ ਕਿਹੜੇ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਹੋ, ਤਾਂ ਸਟੇਟਸ ਲੈਣ ਤੋਂ ਬਾਅਦ ਤੁਸੀਂ ਕੋਈ ਵੀ ਬਿਜ਼ਨਸ ਕਰ ਸਕਦੇ ਹੋ। ਸਮ ਟਾਈਮ ਉੱਥੇ ਕੀ ਹੁੰਦਾ, ਰਨਿੰਗ ਬਿਜ਼ਨਸ ਬਹੁਤ ਜ਼ਿਆਦਾ ਆਊਟਲੈਟਸ ਜਿਹੜੇ ਹੁੰਦੇ ਆ ਉਹ ਸੇਲ 'ਤੇ ਲੱਗੇ ਹੁੰਦੇ ਆ, ਬ੍ਰਾਂਡ ਦੇ ਆਊਟਲੈਟਸ ਹੁੰਦੇ ਆ ਜੋ ਕਿ ਆਪਣੀ ਜਿਹੜੀ ਪਾਰਟਨਰਸ਼ਿਪ ਦਾ ਸ਼ੇਅਰ ਹੈ ਉਹ ਵੀ ਸੇਲ 'ਤੇ ਲਾਇਆ ਹੁੰਦਾ ਹੈ, ਜਾਂ ਫਿਰ ਤੁਸੀਂ 100% ਰਾਈਟ ਵੀ ਲੈ ਸਕਦੇ ਹੋ। ਇਟਸ ਡਿਪੈਂਡ ਔਨ ਯੋਰ ਬਜਟ।
ਜਿਨ੍ਹਾਂ ਦੀ 5 ਸਾਲ ਪਹਿਲਾਂ ਦੀ ਡਿਊ ਡਿਲੀਜੈਂਸ ਸਾਡੀ ਟੀਮ ਜਿਹੜੀ ਆ ਪ੍ਰੋਪਰ ਚੈੱਕ ਕਰਦੀ ਹੈ ਕਿ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਰਨ ਤੋਂ ਬਾਅਦ ਤੁਹਾਨੂੰ ਰਿਟਰਨਸ ਆਣਗੇ ਕਿ ਨਹੀਂ ਆਣਗੇ। ਇਹ ਬਹੁਤ ਸਾਰਾ ਵਰਕਆਊਟ ਹੈ, ਇੱਕ ਟੀਮ ਵਰਕ ਹੈ। ਹਰ ਇੱਕ ਐਪਲੀਕੈਂਟ ਦੀ ਪ੍ਰੋਫਾਈਲ ਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਸੁਜੈਸਟ ਕਰਕੇ ਉਹਨਾਂ ਨੂੰ ਜਿਹੜਾ ਸਕਸੈਸ ਹੈ ਲੈ ਕੇ ਦਿੰਦੇ ਆ ਉਹਨਾਂ ਦੇ ਵੀਜ਼ੇ ਲਈ। ਜੀ ਬਿਲਕੁਲ। ਤੇ ਅੱਗੋਂ ਆਪਾਂ ਇੱਕ ਵਾਰੀ ਸ਼ੋਅ ਦੇ ਵਿੱਚ ਖੇਤੀਬਾੜੀ ਨਾਲ ਜੁੜੀ ਵੀ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਵੀ ਸਾਡੇ ਕੋਲ ਬਹੁਤ ਸਾਰੇ ਸਵਾਲ ਆਏ ਨੇ ਕਿ ਕਿਉਂਕਿ ਸਾਡੇ ਪੰਜਾਬ ਵਿੱਚ ਜ਼ਿਆਦਾਤਰ ਕਿੱਤਾ ਜੋ ਹੈ ਖੇਤੀਬਾੜੀ ਹੁੰਦਾ, ਸੋ ਖੇਤੀਬਾੜੀ ਦੇ ਆਧਾਰ ਤੇ ਕਿਵੇਂ ਕੋਈ ਕੈਨੇਡਾ ਦੀ ਪੀਆਰ ਲੈ ਸਕਦਾ। ਹਾਲਾਂਕਿ ਪਹਿਲਾਂ ਵੀ ਸ਼ੋਅ 'ਚ ਤੁਸੀਂ ਕਲੀਅਰ ਕੀਤਾ ਸੀ, ਪਰ ਇੰਨੇ ਸਾਰੇ ਸਵਾਲ ਆਏ ਨੇ ਕਿ ਮੈਂ ਚਾਹੂੰਗੀ ਇੱਕ ਵਾਰੀ ਫਿਰ ਆਪਾਂ ਇਸ ਸ਼ੋਅ ਦੇ ਜ਼ਰੀਏ ਜ਼ਰੂਰ ਇਹ ਚੀਜ਼ ਕਲੀਅਰ ਕਰੀਏ। ਬਿਲਕੁਲ ਮੈਮ, ਫਾਰਮ ਕੈਟੇਗਰੀ ਦੇ ਵਿੱਚ ਬਹੁਤ ਸਾਰੇ ਤਰੀਕੇ ਨੇ ਅਪਲਾਈ ਕਰਨ ਦੇ। ਫਾਰਮ ਸੁਪਰਵਾਈਜ਼ਰ, ਫਾਰਮ ਵਰਕਰ ਜਾਂ ਫਾਰਮ ਇਨਵੈਸਟਮੈਂਟ। ਜੇ ਤੁਸੀਂ ਫਾਰਮ ਵਰਕਰ ਲਈ ਅਪਲਾਈ ਕਰੋ ਤੁਹਾਨੂੰ ਆਇਲਸ ਦੀ ਕੋਈ ਲੋੜ ਨਹੀਂ ਹੈ। ਤੁਹਾਡੇ ਕੋਲ ਆਪਣੇ ਨਾਂ ਦੇ ਜੇ ਫਾਰਮ ਹੋਣੇ 2 ਸਾਲ ਦੇ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਹਾਡੇ ਕੋਲ ਆਪਣੀ ਜਿਹੜੀ ਜ਼ਮੀਨ ਨਹੀਂ ਵੀ ਹੈ, ਤੁਸੀਂ ਲੀਜ਼ ਤੇ ਲੈ ਕੇ ਕੰਮ ਕਰ ਰਹੇ ਹੋ, ਯੂ ਸ਼ੁੱਡ ਹੈਵ ਐਕਸਪੀਰੀਅੰਸ। ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਐਕਸਪੀਰੀਅੰਸ ਦੇ ਬੇਸਿਸ ਤੇ ਅਸੀਂ ਤੁਹਾਡੀ ਜਿਹੜੀ ਕੇਸ ਹੈ ਉਹਨੂੰ ਪ੍ਰੋਸੀਡ ਕਰਦੇ ਹਾਂ। ਉੱਥੇ ਦੀ ਜਿਹੜੀ ਟੀਮ ਹੈ ਉਹ ਤੁਹਾਨੂੰ ਪਹਿਲਾਂ ਅਸੈਸ ਕਰੂਗੀ। ਜੇ ਤੁਹਾਡੇ ਡਾਕੂਮੈਂਟ ਬਿਲਕੁਲ ਸਹੀ ਹੈਗੇ ਹੈ, ਤੁਸੀਂ ਆਪਣਾ ਜਿਹੜਾ ਇੱਥੋਂ ਆਪਣਾ ਸਟੇਟਸ ਲੈ ਕੇ ਉੱਥੇ ਜਾ ਸਕਦੇ ਹੋ। ਉਸ ਤੋਂ ਬਾਅਦ ਪੀਆਰ ਵੀ ਅਪਲਾਈ ਕਰ ਸਕਦੇ ਹੋ। ਬਟ ਫਾਰਮ ਵਰਕਰ ਦਾ ਜਿਹੜਾ ਵੀਜ਼ਾ ਹੁੰਦਾ ਹੈ ਦੈਟ ਇਜ਼ ਓਨਲੀ ਫॉर 1 ਈਅਰ। ਇਸ ਤੋਂ ਬਾਅਦ ਤੁਸੀਂ ਫਾਰਮ ਸੁਪਰਵਾਈਜ਼ਰ ਦੇ ਵਿੱਚ ਆਪਣੀ ਪ੍ਰਮੋਸ਼ਨ ਲੈਣ ਤੋਂ ਬਾਅਦ ਆਪਣੀ ਪੀਆਰ ਜਿਹੜੀ ਹੈ ਸਿਕਿਉਰ ਕਰ ਸਕਦੇ ਹੋ। ਸਮ ਟਾਈਮ ਕੀ ਹੁੰਦਾ ਹੈ ਕਿ ਬੱਚੇ ਦੀ ਕਾਫੀ ਅੱਛਾ ਐਕਸਪੀਰੀਅੰਸ ਵੀ ਹੁੰਦਾ ਹੈ ਐਂਡ ਉਹਦੇ ਕੋਲ ਬਜਟ ਵੀ ਹੁੰਦਾ ਹੈ। ਤੁਸੀਂ ਸਟੇਟਸ ਲੈਣ ਤੋਂ ਬਾਅਦ ਉੱਥੇ ਆਪਣੇ ਫਾਰਮਸ ਵੀ ਲੈ ਸਕਦੇ ਹੋ। ਬਿਕੋਜ਼ ਜ਼ਮੀਨ ਦਾ ਜੇ ਆਪਾਂ ਰੇਟ ਦੀ ਗੱਲ ਕਰੀਏ, ਇੰਡੀਆ ਤੋਂ ਜ਼ਿਆਦਾ ਸਸਤੀ ਹੈ, ਜ਼ਿਆਦਾ ਉਪਜਾਊ ਹੈ, ਜ਼ਿਆਦਾ ਵਧੀਆ ਜਿਹੜੀ ਹੈ ਮੈਨੇਜਮੈਂਟ ਹੈ, ਕੰਮ ਕਰਨ ਦੇ ਵਿੱਚ ਜ਼ਿਆਦਾ ਸੁੱਖ ਹੈ ਤੇ ਘੱਟ ਖਰਚੇ 'ਚ ਵਧੀਆ ਖੇਤੀ ਉੱਥੇ ਜਿਹੜੀ ਹੈ ਹੋ ਜਾਂਦੀ ਹੈ। ਜੀ ਜੀ ਬਿਲਕੁਲ। ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਡਾਕੂਮੈਂਟਸ, ਜਿਵੇਂ ਤੁਸੀਂ ਹਾਲਾਂਕਿ ਕਾਫੀ ਕਲੀਅਰ ਕੀਤੇ ਹੀ ਹੈ, ਜਿਵੇਂ ਅੱਗੋਂ ਆਪਾਂ ਗੱਲ ਕਰੀਏ ਕਿਸੇ ਪਰਿਵਾਰ ਦੇ ਬੱਚੇ ਅੱਗੋਂ ਸੈਟਲ ਹੋਣਾ ਚਾਹੁੰਦੇ, ਕਈ ਵਾਰੀ ਉਹਨਾਂ ਦੇ ਨਾਂ ਤੇ ਚੀਜ਼ਾਂ ਨਹੀਂ ਹੁੰਦੀਆਂ ਹੋਵੇ ਤੇ ਉਹਨਾਂ ਨੂੰ ਕਿਵੇਂ ਹੈਲਪ ਹੋ ਸਕਦੀ ਹੈ? ਮੈਮ, ਜਿਵੇਂ ਬਹੁਤ ਸਾਰੀ ਇੱਦਾਂ ਦੀ ਐਪਲੀਕੈਂਟ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦੀ ਜਿਹੜੀ ਜ਼ਮੀਨ ਹੈ ਉਹ ਦਾਦੇ ਜਾਂ ਫਿਰ ਪਾਪਾ ਦੇ ਨਾਂ ਤੇ ਹੁੰਦੀ ਹੈ। ਬਟ ਜਦੋਂ ਅਸੀਂ ਉਹਨਾਂ ਦੀ ਪ੍ਰੋਫਾਈਲ ਨੂੰ ਕ੍ਰੀਏਟ ਕਰਦੇ ਹਾਂ, ਉਹਦੇ 'ਚ ਜਿੰਨੇ ਵੀ ਮਤਲਬ ਉਹਨਾਂ ਦੀ ਫੈਮਿਲੀ ਦੇ ਮੈਂਬਰ ਹੈ ਉਹਦੇ ਅਕੋਰਡਿੰਗ ਉਹਦੇ ਨਾਂ ਤੇ ਕਿੰਨਾ ਆਉਂਦਾ ਹੈ, ਉਹਦੀ ਪਾਵਰ ਆਫ ਅਟਰਨੀ ਵੀ ਤੁਸੀਂ ਲਾ ਸਕਦੇ ਹੋ। ਇਸ ਤੋਂ ਇਲਾਵਾ ਜੇ ਫਾਰਮ ਇਜ਼ ਦੀ ਮੋਸਟ ਇੰਪੋਰਟੈਂਟ ਥਿੰਗ ਕਿ ਤੁਹਾਨੂੰ ਐਕਸਪੀਰੀਅੰਸ ਹੈ, ਤੁਸੀਂ ਆਪਣੀ ਫਸਲ ਨੂੰ ਕੱਟ ਕੇ ਉੱਥੇ ਸੇਲ ਵੀ ਕੀਤਾ ਹੈ, ਉਹ ਇੱਕ ਆਨਲਾਈਨ ਰਿਕਾਰਡ ਹੈ। ਤੇ ਤਹਿਸੀਲਦਾਰ ਤੋਂ ਅਸੀਂ ਇਨਕਮ ਸਰਟੀਫਿਕੇਟ ਵੀ ਲੈ ਸਕਦੇ ਹਾਂ, ਆਪਣੀ ਰਿਪੋਰਟ ਬਣਵਾ ਸਕਦੇ ਹਾਂ ਕਿ ਜੀ ਇੰਨੇ ਸਾਲਾਂ ਤੋਂ ਮੈਂ ਇਹੀ ਕੰਮ ਕਰ ਰਿਹਾ। ਤੇ ਇਸ ਤੇ ਵੀ ਡਿਪੈਂਡ ਕਰਦਾ ਹੈ ਕਿ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਤੁਸੀਂ ਸ਼ੋ ਕਰ ਸਕਦੇ ਹੋ ਕਿ ਤੁਸੀਂ ਐਜ਼ ਅ ਫਾਰਮ ਵਰਕਰ ਇੰਡੀਆ 'ਚ ਕੰਮ ਕੀਤਾ ਹੈ। ਜੀ ਠੀਕ ਹੈ। ਤੇ ਕਾਲਰ ਸਾਡੇ ਨਾਲ ਜੁੜ ਰਹੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? हाँ जी, सत श्री अकाल मैम। मेरा नाम प्रियंका शर्मा है, मैं मोहाली से बात कर रही हूँ। हाँ जी प्रियंका जी, की सवाल है? मैम, मैंने ना एक्चुअली जीएनएम की है। ठीक है। 2019 में, और मेरे पास आईएलटीएस में 5 बैंड्स है। ठीक है। मेरे पास 3 साल का एक्सपीरियंस है। ठीक है। ठीक है। हाँ जी। तो मैं किस चीज़ के लिए एलिजिबल हूँ कनाडा में? ओके। ਬਿਲਕੁਲ ਮੈਮ, ਜੇ ਤੁਸੀਂ ਜੀਐਨਐਮ ਨਰਸਿੰਗ ਕੀਤੀ ਹੈ ਤੇ ਤੁਸੀਂ ਐਕਸਪੀਰੀਅੰਸ ਵੀ ਤੁਹਾਡੇ ਕੋਲ ਹੈਗਾ ਹੈ ਤੇ ਆਇਲਸ ਵੀ ਤੁਸੀਂ ਕੀਤੀ ਹੈ, ਤੁਸੀਂ ਬਿਲਕੁਲ ਬਹੁਤ ਸਾਰੀ ਜਿਹੜੀ ਆਪਸ਼ਨਸ ਹੈਗੀ ਹੈ ਕੈਨੇਡਾ ਦੇ ਵਿੱਚ ਅਵੇਲੇਬਲ ਹੈ। ਜਿਵੇਂ ਡੇ ਕੇਅਰ ਵਰਕਰ ਦੀ ਪੋਜੀਸ਼ਨ ਹੈ, ਇਸ ਤੋਂ ਇਲਾਵਾ ਤੁਹਾਡੇ ਨੈਨੀ ਦੀ ਪ੍ਰੋਫਾਈਲ ਹੁੰਦੀ ਹੈ। ਇੱਕ ਬਹੁਤ ਹੀ ਵਧੀਆ ਪ੍ਰੋਫਾਈਲ ਹੈ ਜਿਹਦੇ ਵਿੱਚ ਤੁਸੀਂ ਬਹੁਤ ਸਿੰਪਲੀ ਅਪਲਾਈ ਕਰ ਸਕਦੇ ਹੋ। ਸਮਟਾਈਮ ਸਾਡੀ ਫੈਮਿਲੀ ਦੇ ਵਿੱਚੋਂ ਕੋਈ ਵੀ ਉੱਥੇ ਰਹਿ ਰਿਹਾ ਹੁੰਦਾ ਹੈ ਜਿਨ੍ਹਾਂ ਦੇ ਘਰੇ ਕੋਈ ਨਾ ਕੋਈ ਬਜ਼ੁਰਗ ਜਾਂ ਬਿਮਾਰ ਹੁੰਦਾ ਹੈ ਜਾਂ ਫਿਰ ਛੋਟੇ ਬੱਚਿਆਂ ਦੇ ਲਈ ਲੋੜ ਹੁੰਦੀ ਹੈ। ਜੇ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਵੀ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਜਿਹਦੀ ਇਨਕਮ ਜਿਹੜੀ ਹੈ $1.5 ਲੱਖ ਤੋਂ ਉੱਤੇ ਜਾ ਰਹੀ ਹੈ, ਤੁਸੀਂ ਆਪਣੀ ਕਿਸੇ ਹੋਰ ਫੈਮਿਲੀ ਮੈਂਬਰ ਨੂੰ ਵੀ ਐਜ਼ ਅ ਨੈਨੀ ਬੁਲਾ ਸਕਦੇ ਹੋ। ਉਹਦੇ ਲਈ ਕੋਈ ਖਾਸ ਗਾਈਡਲਾਈਨ ਨਹੀਂ ਹੈ, ਤੁਹਾਨੂੰ ਬਸ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਸਮਟਾਈਮ ਸਾਡੇ ਇੱਥੇ ਇੰਡੀਆ 'ਚ ਟੀਚਰ ਦਾ ਪ੍ਰੋਫਾਈਲ ਹੁੰਦਾ ਹੈ ਜਾਂ ਫਿਰ ਜਿਵੇਂ ਜੀਐਨਐਮ ਨਰਸਿੰਗ ਦਾ ਪ੍ਰੋਫਾਈਲ ਹੁੰਦਾ ਹੈ, ਨੈਨੀ ਦਾ ਪ੍ਰੋਫਾਈਲ ਹੁੰਦਾ ਹੈ। ਇਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਉਸ ਵੀਜ਼ੇ ਲਈ ਬਿਲਕੁਲ ਕੁਆਲੀਫਾਈ ਕਰਦੀ ਹੈ ਐਂਡ ਯੂ ਡੋਂਟ ਨੀਡ ਐਨੀ ਕਾਈਂਡ ਆਫ LMIA, ਕੋਈ ਜੌਬ ਇੰਡੋਰਸਮੈਂਟ ਨਹੀਂ ਚਾਹੀਦੀ। ਸਿਰਫ ਇੱਕ ਕੰਟਰੈਕਟ ਹੁੰਦਾ ਹੈ ਜੀ ਅਸੀਂ ਬੁਲਾ ਰਹੇ ਹਾਂ, ਅਸੀਂ ਇਹ ਪੇ ਕਰਾਂਗੇ। ਉਸ ਤੋਂ ਇਲਾਵਾ ਤੁਹਾਡੀ ਜਿਹੜੀ ਫਾਈਲ ਹੈ ਐਮਬੈਸੀ ਦੇ ਵਿੱਚ ਤੁਸੀਂ ਐਜ਼ ਅ ਵਰਕ ਪਰਮਿਟ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਨਾ ਹੈ ਤੇ ਉਸ ਬੇਸਿਸ ਤੇ ਤੁਸੀਂ ਵੀਜ਼ਾ ਲੈ ਸਕਦੇ ਹੋ। ਜੀ ਬਿਲਕੁਲ। ਬਾਕੀ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ, ਦੇਖਿਓ ਹਰੇਕ ਦੀ ਅਲੱਗ ਪ੍ਰੋਫਾਈਲ ਹੁੰਦੀ ਹੈ, ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਕੰਮ ਦਾ, ਤੇ ਤੁਸੀਂ ਉਸ ਦੇ ਆਧਾਰ ਤੇ ਅਗਰ ਤੁਹਾਡਾ ਕੋਈ ਸਵਾਲ ਹੈ ਜ਼ਰੂਰ ਸ਼ੋਅ ਦੇ ਦੌਰਾਨ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦਾ ਜਵਾਬ ਦਿੱਤਾ ਜਾਏਗਾ। ਇਨ ਕੇਸ ਸ਼ੋਅ ਦੇ ਦੌਰਾਨ ਤੁਹਾਡੀ ਕਾਲ ਨਹੀਂ ਲੱਗਦੀ ਹੈ, ਸ਼ੋਅ ਤੋਂ ਬਾਅਦ ਵੀ ਸੇਮ ਇਸੇ ਨੰਬਰ ਤੇ ਤੁਸੀਂ ਕਾਲ ਕਰਕੇ ਸਲਾਹ ਜ਼ਰੂਰ ਲੈ ਸਕਦੇ ਹੋ। ਜੇਕਰ ਤੁਸੀਂ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੇ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸੈਕਟਰ 82 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਜ਼ਰੂਰ ਆਓ, ਆਪਣੀ ਡਾਕੂਮੈਂਟਸ ਲੈ ਕੇ ਆਓ, ਅਸੈਸਮੈਂਟ ਕਰਵਾਓ ਤੇ ਸਹੀ ਰਸਤੇ ਤੇ ਜ਼ਰੂਰ ਚੱਲੋ। ਸੋ ਇਸ ਤੋਂ ਪਹਿਲਾਂ ਕਿ ਮੈਂ ਸਕਿਲਡ ਵਰਕਰ ਵੀਜ਼ਾ ਦੀ ਗੱਲ ਕਰਾਂ, ਉਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੂੰਗੀ, ਚਲੋ ਖੈਰ ਹਲੇ ਇੱਕ ਹੋਰ ਅਸੀਂ ਕਾਲ ਰਿਸੀਵ ਕਰ ਲੈਂਦੇ ਹਾਂ।
ਹੈਲੋ ਹੈਲੋ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਗੱਲ ਕਰ ਰਹੀ ਹਾਂ ਫਿਰੋਜ਼ਪੁਰ ਤੋਂ। ਹਾਂਜੀ ਕੀ ਸਵਾਲ ਹੈ ਜੀ? ਮੈਮ ਮੇਰੇ ਬ੍ਰਦਰ ਨੇ BA ਕੀਤੀ ਹੋਈ ਆ ਜੀ ਔਰ 6 ਓਵਰਆਲ 6 ਬੈਂਡ ਆ ਉਹਦੇ ਔਰ ਡਾਟਾ ਐਂਟਰੀ ਦਾ ਐਕਸਪੀਰੀਅੰਸ ਹੈ ਉਹਦਾ ਤੇ PR ਦਾ ਹੋ ਸਕਦਾ ਉਹਨਾਂ ਦਾ। ਓਕੇ ਹਾਂਜੀ ਕਿੰਨੇ ਸਾਲ ਦਾ ਐਕਸਪੀਰੀਅੰਸ ਮੈਮ ਡਾਟਾ ਐਂਟਰੀ ਦੇ ਵਿੱਚ? 2 ਸਾਲ ਦਾ ਹੈ। 2 ਇਅਰਸ ਦਾ ਹੈ, ਓਕੇ। ਇਹਦੇ 'ਚ ਮੈਮ ਵੀ ਕੈਨ ਅਪਲਾਈ ਫੋਰ ਡਾਟਾ ਐਂਟਰੀ ਤਾਂ ਨਹੀਂ ਅਸੀਂ ਕਲੀਅਰ ਕਹਾਂਗੇ, ਬਟ ਇਸ ਤੋਂ ਇਲਾਵਾ ਕਾਫੀ ਸਾਰੀ ਜਿਹੜੀ ਜੌਬ ਰਿਸਪੌਂਸਿਬਿਲਿਟੀਜ਼ ਹੈ ਜੋ ਵੀ ਤੁਹਾਡੇ ਪ੍ਰੋਫਾਈਲ ਨਾਲ ਮੈਚ ਕਰਦੀ ਹੈ ਉਸ ਦੇ ਬੇਸਿਸ ਤੇ ਅਸੀਂ ਤੁਹਾਡੀ PR ਦੀ ਜਿਹੜੀ ਫਾਈਲ ਹੈ ਰਿਪਰੈਜ਼ੈਂਟ ਕਰ ਸਕਦੇ ਹਾਂ। ਡਾਟਾ ਐਂਟਰੀ ਦੀ ਜੋ ਵੀ ਜੌਬ ਰਿਸਪੌਂਸਿਬਿਲਿਟੀਜ਼ ਹੈ, ਅੱਗੇ ਕਿਹੜੇ ਨੋਕ ਦੇ ਵਿੱਚ ਉਹ ਪ੍ਰੋਫਾਈਲ ਜਾਂਦੀ ਹੈ, ਉਸ ਨੋਕ ਦੀ ਡਿਮਾਂਡ ਕਿਹੜੇ ਪ੍ਰੋਵਿੰਸ ਦੇ ਵਿੱਚ ਆ ਰਹੀ ਹੈ। ਜਿਵੇਂ ਕਿ ਅਸੀਂ ਗੱਲ ਕਰੀਏ ਐਲਬਰਟਾ ਦੇ ਵਿੱਚ ਹੈਗੀ ਹੈ, ਇਸ ਤੋਂ ਇਲਾਵਾ SINP ਸਸਕੈਚੁਅਨ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ, RNIP 'ਚ ਵੀ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇ ਤੁਸੀਂ ਪੁਆਇੰਟ ਇੰਕਰੀਜ਼ ਕਰਕੇ ਫਾਈਲ ਲਾਣੀ ਹੈ, ਯੂ ਸ਼ੁੱਡ ਹੈਵ ਅ ਸਪਾਂਸਰ ਫਰਮ ਦੇਅਰ। ਸਪਾਂਸਰ ਦੇ ਬੇਸਿਸ ਤੇ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਲਾ ਸਕਦੇ ਹੋ। ਤੇ ਇਹਦੇ ਵਿੱਚ ਰਿਟੇਲ ਦੇ ਵਿੱਚ ਵੀ ਤੁਹਾਡਾ ਕੇਸ ਜਾ ਸਕਦਾ ਹੈ, ਤੁਸੀਂ ਇੱਕ ਸੁਪਰਵਾਈਜ਼ਰ ਬੇਸਿਸ ਤੇ ਵੀ ਤੁਸੀਂ ਆਪਣੀ ਫਾਈਲ ਲਾ ਸਕਦੇ ਹੋ। ਬਹੁਤ ਸਾਰੇ ਤਰੀਕੇ ਨੇ, ਬਟ ਡਿਪੈਂਡ ਕਰਦਾ ਹੈ ਕਿ ਜਿਹੜਾ ਤੁਹਾਡਾ ਬ੍ਰਦਰ ਹੈ ਉਹ ਡਾਟਾ ਐਂਟਰੀ ਦੇ ਵਿੱਚ ਉਹਦੇ ਕੋਲ ਜੌਬ ਰਿਸਪੌਂਸਿਬਿਲਿਟੀਜ਼ ਦੇ ਵਿੱਚ ਕੀ ਕੀ ਮੈਂਸ਼ਨ ਹੋ ਰਿਹਾ ਹੈ। ਜੀ 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 ਬਿਲਕੁਲ। ਤੇ ਮੈਂ ਅੱਗੋਂ ਜਿਵੇਂ ਸਕਿਲਡ ਵਰਕਰ ਦੀ ਗੱਲ ਕਰ ਰਹੀ ਸੀ, ਪਰ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਰਨਾ ਚਾਹ ਰਹੀ ਸੀ ਕਿ ਜਿਵੇਂ ਤੁਸੀਂ ਹਮੇਸ਼ਾ ਸ਼ੋਅ ਦੇ ਵਿੱਚ ਦੱਸਦੇ ਹੋ ਤਾਂ ਲੱਗਦਾ ਕਿ ਕੈਨੇਡਾ ਦਾ PR ਪ੍ਰੋਸੈਸ ਬਹੁਤ ਹੀ ਈਜ਼ੀ ਹੈ, ਪਰ ਇਸ ਤਰ੍ਹਾਂ ਸੁਣ ਕੇ ਈਜ਼ੀ ਲੱਗਣਾ, ਪਰ ਆਪਾਂ ਜਦੋਂ ਪ੍ਰੋਸੈਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕਿੰਨਾ ਕੁ ਫਰਕ ਹੈ? ਮੈਮ ਤੁਸੀਂ ਬਹੁਤ ਹੀ ਰਾਈਟ ਕੁਐਸਚਨ ਜਿਹੜਾ ਹੈ ਉਹ ਪੁੱਟ ਕੀਤਾ ਹੈ। ਬਹੁਤ ਸਾਰੇ ਇੱਦਾਂ ਦੇ ਐਪਲੀਕੈਂਟਸ ਨੇ ਜੋ ਕਿ ਬਹੁਤ ਹਰਾਸ ਹੋ ਚੁੱਕੇ ਨੇ ਬਿਕੋਜ਼ ਉਹਨਾਂ ਦਾ ਡਰਾਅ ਦੇ ਵਿੱਚ ਨੰਬਰ ਨਹੀਂ ਪੈ ਰਿਹਾ। ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਅਸੀਂ ਕਿਵੇਂ ਅਪਲਾਈ ਕਰੀਏ ਕਿ ਸਾਡਾ ਜਿਹੜਾ ਵੀਜ਼ਾ ਹੈ ਉਹ ਛੇਤੀ ਆਏ, ਡਰਾਅ 'ਚ ਨੰਬਰ ਛੇਤੀ ਆਏ। ਫਾਈਲ ਲਾਉਣ ਦਾ ਤਾਂ ਕੋਈ ਪ੍ਰੋਬਲਮ ਨਹੀਂ ਹੈ, ਫਾਈਲ ਤਾਂ ਬਹੁਤ ਜ਼ਿਆਦਾ ਈਵਨ ਸਮਟਾਈਮ ਐਪਲੀਕੈਂਟ ਖੁਦ ਵੀ ਬਹੁਤ ਜ਼ਿਆਦਾ ਅਵੇਅਰ ਹੁੰਦਾ, ਉਹਨੂੰ ਪਤਾ ਹੁੰਦਾ ਕਿਹੜੇ ਪੋਰਟਲ 'ਤੇ ਜਾ ਕੇ ਮੈਂ ਫਾਈਲ ਨੂੰ ਅਪਲੋਡ ਕਰਨਾ ਹੈ। ਬਟ ਸਿਰਫ ਫਾਈਲ ਨਾਲ ਲਾਉਣ ਤੋਂ ਤੁਹਾਡਾ ਵੀਜ਼ਾ ਸਿਕਿਉਰ ਨਹੀਂ ਹੁੰਦਾ ਹੈ। ਤੁਹਾਨੂੰ ਉਸ ਦੇ ਪੁਆਇੰਟ ਨੂੰ ਜਿਹੜਾ ਸਕੋਰ ਜਿਹੜਾ ਕੱਟ ਆਫ ਜਾ ਰਿਹਾ ਉਸ ਦੇ ਕੋਲ ਲੈ ਕੇ ਜਾਣਾ ਹੁੰਦਾ ਹੈ, ਤੇ ਕਿਹੜਾ ਨੋਕ ਕਿੱਥੇ ਡਿਮਾਂਡ ਦੇ ਵਿੱਚ ਹੈ ਤੇ ਉਸ ਦੇ ਨਾਲ ਅਪਡੇਟ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਕ ਕੰਸਲਟੈਂਟ ਸਹੀ ਚੋਣ ਕਰਨ ਨਾਲ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬੇਫਿਕਰ ਹੋ ਸਕਦੇ ਹੋ। ਤੁਸੀਂ ਆਪਣੀ ਜਿਹੜੀ ਇਹ ਜ਼ਿੰਮੇਵਾਰੀ ਹੈ ਕੰਸਲਟੈਂਟ ਨੂੰ ਦੇ ਕੇ, ਸਾਨੂੰ ਦੇ ਕੇ ਆਪਣੀ ਜਿਹੜੀ ਕੱਟ ਆਫ ਹੈ ਉਸ ਦੇ ਨੇੜੇ ਆਪਣੀ ਫਾਈਲ ਨੂੰ ਪਹੁੰਚਾ ਸਕਦੇ ਹੋ। ਬਟ ਵੀ ਨੀਡ ਟਾਈਮ ਫॉर दैट ਬਿਕੋਜ਼ ਅਸੀਂ ਵੀ ਪੂਰਾ ਐਕਸਪਲੋਰ ਕਰਦੇ ਹਾਂ। ਸਾਡੇ ਕੋਲ ਬਹੁਤ ਵੱਡੀ ਟੀਮ ਹੈ, ਹਰ ਪ੍ਰੋਵਿੰਸ ਦੇ ਵਿੱਚ ਡਿਫਰੈਂਟ CICC ਮੈਂਬਰ ਸਾਡੇ ਨਾਲ ਕੰਮ ਕਰ ਰਹੇ ਨੇ। ਕਿਹੜੇ ਪ੍ਰੋਵਿੰਸ ਦੇ ਵਿੱਚ ਤੁਹਾਡਾ ਜਿਹੜਾ ਪ੍ਰੋਫਾਈਲ ਹੈ ਕੱਟ ਆਫ ਦੇ ਨੇੜੇ ਪਹੁੰਚਦਾ ਹੈ, ਉਸ ਦੇ ਅਕੋਰਡਿੰਗ ਅਸੀਂ ਤੁਹਾਡੀ ਪ੍ਰੋਫਾਈਲ 'ਤੇ ਐਕਟ ਕਰਦੇ ਹਾਂ। ਸਮ ਟਾਈਮ ਸਕੋਰ ਘੱਟ ਹੁੰਦਾ ਹੈ ਆਇਲਸ ਦਾ, ਸਮ ਟਾਈਮ ਐਕਸਪੀਰੀਅੰਸ ਘੱਟ ਹੁੰਦਾ ਹੈ, ਸਮ ਟਾਈਮ ਏਜ ਜ਼ਿਆਦਾ ਹੁੰਦੀ ਹੈ, ਬਹੁਤ ਸਾਰੀ ਹਰਡਲਸ ਹੁੰਦੀਆਂ। ਇਹਨਾਂ ਸਾਰਿਆਂ ਨੂੰ ਸਮਝਦੇ ਹੋਏ ਕਿੱਥੇ ਤੁਹਾਡਾ ਪ੍ਰੋਫਾਈਲ ਲਾਉਣ ਦੇ ਨਾਲ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਆਏਗਾ, ਉਹ ਸਭ ਦੇਖ ਕੇ ਜਿਹੜੀ ਫਾਈਲ ਹੈ ਉਹਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਹੈ। ਜੀ ਕਿੰਨਾ ਕੁ ਟਾਈਮ ਆਪਾਂ ਮੰਨ ਕੇ ਚੱਲੀਏ ਕਿ PR ਲੈਣ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ? ਵੈਸੇ ਤਾਂ ਮੈਮ ਇਹ ਡਰਾਅ ਤੇ ਡਿਪੈਂਡ ਕਰਦਾ ਹੈ ਕਿ ਕਿਹੜੀ ਪ੍ਰੋਵਿੰਸ ਦਾ ਡਰਾਅ ਕਦੋਂ ਆ ਰਿਹਾ ਹੈ। ਬਟ ਸਮ ਟਾਈਮ ਸਾਡੇ ਕੋਲ ਕੁਝ ਪ੍ਰੋਗਰਾਮ ਇੱਦਾਂ ਦੇ ਵੀ ਹੈਗੇ ਜਿਨ੍ਹਾਂ ਦੇ ਵਿੱਚ ਡਰਾਅ ਤੇ ਨਹੀਂ ਸਾਨੂੰ ਡਿਪੈਂਡ ਹੋਣਾ ਪੈ ਰਿਹਾ। ਤੁਸੀਂ ਪਹਿਲਾਂ ਆਪਣਾ ਜਿਹੜਾ ਵੀਜ਼ਾ ਹੈ ਉਹ ਵਰਕ ਪਰਮਿਟ ਲੈ ਕੇ ਡਰਾਅ ਦਾ ਜਿਹੜਾ ਵੇਟਿੰਗ ਟਾਈਮ ਹੈ ਯੂ ਕੈਨ ਵੇਟ ਇਨ ਕੈਨੇਡਾ, ਕਿ ਟਿਲ ਦ ਟਾਈਮ ਯੂ ਆਰ ਵੇਟਿੰਗ ਫॉर ਯੋਰ PR ਤੁਸੀਂ ਉੱਥੇ ਜਾ ਕੇ ਡਾਲਰਸ ਦੇ ਵਿੱਚ ਅਰਨ ਕਰ ਸਕਦੇ ਹੋ। ਜੀ ਬਿਲਕੁਲ। ਹੈਲੋ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮਨਰਾਜ ਗੱਲ ਕਰ ਰਹੀ ਹਾਂ ਜੀ ਲੁਧਿਆਣਾ ਤੋਂ। ਹਾਂਜੀ ਕੀ ਸਵਾਲ ਹੈ ਤੁਹਾਡਾ? ਮੈਂ ਨਾ ਆਪਣੇ ਹਸਬੰਡ ਦੇ ਲਈ ਪੁੱਛਣਾ ਸੀ PR ਦਾ ਨਾ। ਹਾਂਜੀ ਪ੍ਰੋਫਾਈਲ ਦੱਸ ਦਿਓ। ਹਾਂਜੀ BTech ਕਰੀ ਹੋਈ ਹੈ ਜੀ ਉਹਨਾਂ ਨੇ। ਠੀਕ ਹੈ। ਤੇ ਹਾਂਜੀ ਪ੍ਰੋਡਕਸ਼ਨ ਇੰਜੀਨੀਅਰ ਦਾ ਐਕਸਪੀਰੀਅੰਸ ਆ ਉਹਨਾਂ ਨੂੰ। ਕਿੰਨੇ ਟਾਈਮ ਦਾ ਐਕਸਪੀਰੀਅੰਸ ਹੈ? ਮੈਮ 5 ਸਾਲ ਦਾ ਜੀ। ਠੀਕ ਹੈ। ਆਇਲਸ ਦੇ ਵਿੱਚ ਕੀ ਸਕੋਰ ਹੈ ਮੈਮ? ਆਇਲਸ ਦੇ ਵਿੱਚ ਮੈਮ 5 ਬੈਂਡ ਨੇ। 5 ਬੈਂਡ ਨੇ। ਇਹੀ ਜਿਹੜੀ ਗੱਲ ਹੈ ਦੇਖੋ ਬਹੁਤ ਹੀ ਸਮਝਣ ਵਾਲੀ ਗੱਲ ਹੈ। BTech ਕੀਤੀ ਹੈ, ਡਿਗਰੀ ਤੁਸੀਂ ਕੀਤੀ ਹੋਈ ਹੈ, ਇੰਜੀਨੀਅਰ ਪ੍ਰੋਫਾਈਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ, ਬਟ ਆਇਲਸ ਦਾ ਸਕੋਰ ਜਿਹੜਾ ਹੈ ਬਹੁਤ ਹੀ ਘੱਟ ਹੈ। ਆਇਲਸ ਦੇ ਸਕੋਰ ਦੇ ਅਕੋਰਡਿੰਗ ਸਾਨੂੰ ਪਹਿਲਾਂ ਤਾਂ ਇਹ ਐਕਸਪਲੋਰ ਕਰਨਾ ਪੈਣਾ ਹੈ ਕਿ ਕਿਹੜੇ ਪ੍ਰੋਵਿੰਸ ਦੇ ਵਿੱਚ ਇਹ ਜਿਹੜਾ ਨੋਕ ਹੈ ਵਿਦਆਊਟ ਐਨੀ ਸਪਾਂਸਰ ਡਿਮਾਂਡ ਦੇ ਵਿੱਚ ਹੈਗਾ। ਜੇ ਮੰਨ ਲਓ ਇਹ ਪ੍ਰੋਫੈਸ਼ਨ ਕਿਤੇ ਵੀ ਡਿਮਾਂਡ ਦੇ ਵਿੱਚ ਨਹੀਂ ਹੈ, ਬਿਕੋਜ਼ ਜਿੰਨਾ ਤੁਸੀਂ ਸਕੋਰ ਦੱਸਿਆ ਇਹ ਸਕੋਰ ਨਾਲ ਐਲਬਰਟਾ ਤੇ ਸਸਕੈਚੁਅਨ ਦੋਨਾਂ ਵਿੱਚ ਤੁਸੀਂ ਨਹੀਂ ਅਪਲਾਈ ਕਰ ਸਕਦੇ। ਸਕੋਰ ਬਹੁਤ ਜ਼ਿਆਦਾ ਘੱਟ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਸਕੋਰ ਨੂੰ ਇੰਪਰੂਵ ਕਰਨ ਦੀ ਲੋੜ ਹੈ। ਰੈਸਟ ਜੇ ਆਪਾਂ ਨੂੰ ਐਕਸਟਰਾ ਆਰਡੀਨਰੀ ਵਰਕਆਊਟ ਕਰਨਾ ਪੈ ਰਿਹਾ ਤੁਹਾਡੀ ਪ੍ਰੋਫਾਈਲ ਦੇ ਵਿੱਚ, ਫਿਰ ਅਸੀਂ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹਦੇ ਵਿੱਚ ਜੋਬ
ਜੌਬ ਰਿਸਪੌਂਸਿਬਿਲਿਟੀਜ਼ ਨੂੰ ਮੈਚ ਕਰਕੇ ਇੱਕ ਸਪਾਂਸਰ ਤੁਹਾਡੇ ਲਈ ਅਰੇਂਜ ਕਰਕੇ ਤੇ ਜਿਹੜੇ ਵੀ ਪ੍ਰੋਵਿੰਸ ਦੇ ਵਿੱਚ ਫਾਈਲ ਲਾਵਾਂਗੇ ਉਹਦਾ ਕੱਟ ਆਫ ਕਿੰਨਾ ਜਾ ਰਿਹਾ ਉਹ ਚੈੱਕ ਕਰਕੇ ਤੁਹਾਡੀ ਫਾਈਲ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਬਟ ਮੈਂ ਰਾਈਟ ਨਾਓ ਤੁਹਾਨੂੰ ਇਹੀ ਰეკਮੈਂਡ ਕਰਾਂਗੀ ਕਿ ਤੁਸੀਂ ਆਪਣੇ ਜਿਹੜਾ ਸਕੋਰ ਹੈ ਉਹਨੂੰ 6 ਈਚ ਤੱਕ ਲੈ ਕੇ ਜਾਓ। 6 ਈਚ ਦਾ ਮਤਲਬ ਹੈ ਕਿ ਤੁਸੀਂ ਡਾਇਰੈਕਟਲੀ ਐਲਬਰਟਾ ਦੇ ਟੈਕ ਪਾਇਲਟ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਹੁੰਦੇ ਹੋ। ਜੀ ਬਿਲਕੁਲ। ਤੇ ਸਕਿਲਡ ਵਰਕਰ ਵੀਜ਼ਾ ਦੀ ਮੈਂ ਹੁਣ ਗੱਲ ਜ਼ਰੂਰ ਕਰਨਾ ਚਾਹੂੰਗੀ। ਅਲੱਗ-ਅਲੱਗ ਕੈਟਾਗਰੀਜ਼ ਹੈ, ਜਿਵੇਂ ਕਿ ਤੁਸੀਂ ਦੱਸ ਦਿਓ ਕਿ ਕਈ ਫੀਲਡ ਵਾਲੇ ਜੋ ਹੈ ਇਸ ਵਿੱਚ ਅਪਲਾਈ ਕਰ ਸਕਦੇ ਨੇ। ਸੋ ਪ੍ਰੋਪਰਲੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਇਹਦੇ ਵਿੱਚ ਵੀ, ਕਿਸ ਤਰ੍ਹਾਂ ਦੇ ਡਾਕੂਮੈਂਟਸ ਵੀ ਇਹਦੇ ਵਿੱਚ ਚਾਹੀਦੇ ਹੈ, ਔਰ ਅਗਰ ਇਸ ਆਪਾਂ ਪੂਰੀ ਲਿਸਟ ਦੀ ਗੱਲ ਕਰੀਏ ਤਾਂ ਇਹ ਜਾਣਕਾਰੀ ਸਟੂਡੈਂਟਸ ਨੂੰ ਕਿੱਥੋਂ ਮਿਲ ਸਕਦੀ ਹੈ ਕਿ ਵਾਕਈ ਜੋ ਜਿਸ ਫੀਲਡ ਵਿੱਚ ਉਹ ਵੀ ਕੰਮ ਕਰ ਰਹੇ ਨੇ ਕਈ ਸਾਲਾਂ ਤੋਂ ਉਹ ਉਹਦੇ ਵਿੱਚ ਐਪਲੀਕੇਬਲ ਹੈ ਕਿ ਨਹੀਂ ਹੈ? ਬਿਲਕੁਲ ਮੈਮ, ਇਹ ਗਵਰਨਮੈਂਟ ਦੀ ਵੈਬਸਾਈਟ ਹੈ, CIC ਦੀ ਸਾਈਟ ਤੇ ਜਾ ਕੇ ਜੇ ਤੁਸੀਂ ਨੋਕ ਬਾਰੇ ਸਰਚ ਕਰਦੇ ਹੋ, ਨੋਕ ਦੇ ਅਕੋਰਡਿੰਗ ਯੂ ਕੈਨ ਗੈਟ ਟੂ ਨੋ ਕਿ ਕਿਹੜਾ ਤੁਹਾਡਾ ਜਿਹੜਾ ਪ੍ਰੋਫੈਸ਼ਨ ਹੈ ਉਹ ਕਿੱਥੇ ਡਿਮਾਂਡ ਦੇ ਵਿੱਚ ਆ ਰਿਹਾ ਹੈ ਤੇ ਪ੍ਰੋਫੈਸ਼ਨ ਦੇ ਅਕੋਰਡਿੰਗ ਤੁਹਾਡਾ ਨੋਕ ਕੀ ਹੋਏਗਾ ਤੇ ਉਹ ਨੋਕ ਦੀ ਰਿਸਪੌਂਸਿਬਿਲਿਟੀ ਕੀ ਹੈ। ਸਮ ਟਾਈਮ ਕੀ ਹੁੰਦਾ, ਨੈਨੀ ਦੀ ਜਿਹੜੀ ਰਿਸਪੌਂਸਿਬਿਲਿਟੀ ਹੈ ਉਹ ਡਿਫਰੈਂਟ ਹੁੰਦੀ ਹੈ, ਨਰਸ ਦੀ ਡਿਫਰੈਂਟ ਹੁੰਦੀ ਹੈ ਤੇ ਉਹਦੇ 'ਚ ਮੈਂਸ਼ਨ ਵੀ ਹੁੰਦਾ ਹੈ ਕਿ ਕਿਹੜਾ ਪ੍ਰੋਫੈਸ਼ਨ ਇਸ ਤੋਂ ਐਕਸਕਲੂਡ ਹੈ ਤੇ ਕਿਹੜਾ ਇੰਕਲੂਡ ਹੈ। ਬਟ ਗੱਲ ਉੱਥੇ ਹੀ ਆਉਂਦੀ ਹੈ, ਜੇ ਤੁਸੀਂ ਸਕਸੈਸਫੁਲੀ ਕੰਮ ਕਰਾਉਣਾ ਹੈ, ਸਕਸੈਸਫੁਲੀ ਦੇ ਵਿੱਚ ਤੁਹਾਨੂੰ ਕੱਟ ਆਫ ਦੇ ਨੇੜੇ ਹੀ ਪਹੁੰਚਣਾ ਪੈਣਾ ਹੈ। ਸਮ ਟਾਈਮ ਬਹੁਤ ਵਧੀਆ ਪ੍ਰੋਫਾਈਲ ਹੁੰਦਾ ਹੈ, ਜੇ ਆਪਾਂ ਬਹੁਤ ਵਧੀਆ ਦੀ ਗੱਲ ਕਰਦੇ ਹਾਂ, ਬਹੁਤ ਵਧੀਆ ਦੀ ਡੈਫੀਨੇਸ਼ਨ ਵੀ ਮੈਂ ਤੁਹਾਨੂੰ ਇੱਥੇ ਦੇਣਾ ਚਾਹੁੰਦੀ ਹਾਂ ਕਿ ਬਹੁਤ ਵਧੀਆ ਦਾ ਮਤਲਬ ਹੁੰਦਾ ਹੈ ਕਿ ਐਪਲੀਕੈਂਟ ਕੋਲ ਮਾਸਟਰਸ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਿਨੀਮਮ 2 ਸਾਲ ਦਾ ਕਿਸੇ ਵੀ ਫੀਲਡ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਸੇਮ ਫੀਲਡ ਦੇ ਵਿੱਚ ਜੋ ਵੀ 2 ਸਾਲ ਦਾ ਐਕਸਪੀਰੀਅੰਸ ਹੈ ਸੇਮ ਫੀਲਡ ਦੇ ਵਿੱਚ ਹੋਣਾ ਚਾਹੀਦਾ ਹੈ। ਉਸ ਤੋਂ ਇਲਾਵਾ 8777 ਜਿਹੜਾ ਜਰਨਲ ਦੇ ਵਿੱਚ ਆਇਲਸ ਦਾ ਸਕੋਰ ਹੋਣਾ ਚਾਹੀਦਾ ਹੈ। ਏਜ ਤੁਹਾਡੀ 32 ਤੋਂ ਬਿਲੋ ਹੋਣੀ ਚਾਹੀਦੀ ਹੈ। ਇਹ ਇੱਕ ਪਰਫੈਕਟ ਪ੍ਰੋਫਾਈਲ ਹੁੰਦਾ ਹੈ ਇੱਕ ਆਪਣੇ ਜਿਹੜੇ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਲਾਉਣ ਲਈ। ਜੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਿੱਥੇ ਵੀ ਕਮੀ ਆ ਰਹੀ ਹੈ, ਤੁਹਾਡੀ ਏਜ ਜ਼ਿਆਦਾ ਹੋ ਰਹੀ ਹੈ, ਤੁਹਾਡਾ ਐਜੂਕੇਸ਼ਨ ਮਾਸਟਰਸ ਨਹੀਂ ਹੈ, ਤੁਹਾਡਾ ਐਕਸਪੀਰੀਅੰਸ ਵੱਧ ਗਿਆ ਹੈ ਜਾਂ ਘਟ ਗਿਆ ਹੈ, ਤੇ ਤਾਂ ਤੁਸੀਂ PNP ਦੇ ਥਰੂ ਆਪਣੇ ਆਪ ਨੂੰ ਕੁਆਲੀਫਾਈ ਕਰ ਸਕਦੇ ਹੋ। ਜਿਵੇਂ ਫੋਰ ਐਨ ਐਗਜ਼ਾਮਪਲ ਅਸੀਂ ਗੱਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਅਸੀਂ ਬਹੁਤ ਸਾਰੇ ਸਟੇਟਸ ਹੈਗੇ ਆ ਜਿੱਥੇ ਅਪਲਾਈ ਕਰਦੇ ਹਾਂ। ਸਾਨੂੰ ਇਹ ਗੱਲ ਪਤਾ ਹੈ ਕਿ ਦੂਸਰੇ ਸਟੇਟ ਦੇ ਵਿੱਚ ਇਹ ਜਿਹੜੀ ਜੌਬ ਹੈ ਅਵੇਲੇਬਲ ਹੈ, ਬਟ ਮੈਂ ਆਪਣੇ ਸਟੇਟ ਦੇ ਵਿੱਚ ਸੀਟਾਂ ਜਿਹੜੀਆਂ ਫੁੱਲ ਹੋ ਚੁੱਕੀਆਂ, ਬਟ ਤੁਸੀਂ ਉਹ ਸਟੇਟ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਿ ਜੀ ਮੈਂ ਆਊਟਰ ਕੋਟੇ ਤੋਂ ਆਪਣਾ ਅਪਲਾਈ ਕਰਨਾ ਚਾਹੁੰਦਾ। ਸੇਮ ਵਿਦ ਦੀ ਕੈਨੇਡਾ, ਤੁਸੀਂ ਜਿਹੜਾ ਪ੍ਰੋਫੈਸ਼ਨ ਡਿਮਾਂਡ ਦੇ ਵਿੱਚ ਆ ਰਿਹਾ, ਸਮ ਟਾਈਮ ਰੂਰਲ ਜਿਹੜੀ ਸਿਟੀਜ਼ ਹੁੰਦੀ ਆ ਉੱਥੇ 5 ਬੈਂਡ ਲਈ ਵੀ ਨਾਲ ਵੀ ਤੁਸੀਂ ਕੁਆਲੀਫਾਈ ਹੋ ਰਹੇ ਹੋ। ਸਮ ਟਾਈਮ ਤੁਸੀਂ ਸਕਿਲਡ ਦੇ ਵਿੱਚ 8777 ਨਾਲ ਵੀ ਨਹੀਂ ਕੁਆਲੀਫਾਈ ਹੋ ਪਾਉਂਦੇ ਹੋ, ਬਿਕੋਜ਼ ਕੱਟ ਆਫ ਜਿਹੜਾ ਉਹ ਤੁਹਾਡੇ ਸਕੋਰ ਤੋਂ ਬਹੁਤ ਅੱਗੇ ਚੱਲ ਰਿਹਾ ਹੁੰਦਾ ਹੈ। ਤੇ ਇਹ ਬਹੁਤ ਸਾਰੀਆਂ ਗੱਲਾਂ ਹੈ, 1-to-1 ਕਾਉਂਸਲਿੰਗ ਦੀ ਲੋੜ ਹੁੰਦੀ ਹੈ, ਬਿਕੋਜ਼ ਹਰ ਇੱਕ ਪ੍ਰੋਫਾਈਲ ਜਿਹੜੀ ਉਹ ਯੂਨੀਕ ਹੁੰਦੀ ਹੈ। ਹਰ ਪ੍ਰੋਫਾਈਲ ਦਾ ਡਿਫਰੈਂਟ ਐਕਸਪੀਰੀਅੰਸ ਹੁੰਦਾ, ਡਿਫਰੈਂਟ ਪ੍ਰੋਫਾਈਲ ਹੁੰਦੀ ਹੈ। ਇਹ ਗੱਲਾਂ ਜਦੋਂ ਵੀ ਕੋਈ ਕੈਂਡੀਡੇਟ ਸਾਨੂੰ ਵਿਜ਼ਿਟ ਕਰਦਾ, ਅਸੀਂ ਹਰ ਇੱਕ ਪ੍ਰੋਫਾਈਲ ਨੂੰ ਪ੍ਰੋਪਰ ਅਸੈਸ ਕਰਦੇ ਹਾਂ। ਸਾਡੀ ਜਿਹੜੀ ਕੈਨੇਡਾ ਦੀ ਟੀਮ ਹੈ ਉਹ ਵੀ ਪ੍ਰੋਪਰ ਅਸੈਸ ਕਰਕੇ ਇੱਕ ਰਿਪੋਰਟ ਜਿਹੜੀ ਹੈ ਉਹ ਐਪਲੀਕੈਂਟ ਨਾਲ ਸ਼ੇਅਰ ਕਰਦੀ ਹੈ। ਜੀ ਜੀ। ਹੈਲੋ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਜੀ ਮੈਮ, ਮੇਰਾ ਨਾਮ ਰੋਹਨ ਹੈ ਜੀ। ਤੇ ਮੈਨੂੰ ਆਪਣੇ ਸਿਸਟਰ ਬਾਰੇ ਮੈਮ ਇਨਫੋਰਮੇਸ਼ਨ ਲੈਣੀ ਸੀ। ਹਾਂਜੀ, ਆਪਣੀ ਸਿਸਟਰ ਦੀ ਪ੍ਰੋਫਾਈਲ ਦੱਸ ਦਿਓ। ਹਾਂਜੀ ਹਾਂਜੀ ਮੈਮ, ਉਹਨਾਂ ਨੇ ਨਾ ਹੁਣੇ 12 ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਆਇਲਸ ਵੀ ਦਿੱਤਾ ਹੋਇਆ ਹੈ ਜਨਰਲ ਦੇ ਵਿੱਚ। ਓਕੇ। ਹਾਂਜੀ ਹਾਂਜੀ, ਉਹਨਾਂ ਦੇ 6 ਬੈਂਡ ਨੇ ਤੇ ਉਹਨਾਂ ਨੂੰ ਸਟੱਡੀ ਵੀਜ਼ਾ ਤੇ ਜਾਣਾ ਹੈ। ਸਟੱਡੀ ਵਾਸਤੇ ਜੀ। ਜੇ ਤੁਸੀਂ ਸਟੱਡੀ ਵੀਜ਼ਾ ਦੇ ਅਪਲਾਈ ਕਰਨਾ ਹੈ, ਫਿਰ ਆਇਲਸ ਜਿਹੜਾ ਅਕੈਡਮਿਕ ਹੋਏਗਾ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ, ਅਕੈਡਮਿਕ ਹੋਏਗਾ। ਜਾਂ ਫਿਰ ਜੇ ਤੁਸੀਂ GT ਕੀਤਾ ਤੇ GT ਸਟੱਡੀ ਦੇ ਲਈ ਬਿਲਕੁਲ ਵੀ ਐਲੀਜੀਬਲ ਨਹੀਂ ਹੈ, ਤੁਹਾਨੂੰ ਅਕੈਡਮਿਕ ਜਿਹੜੀ ਆਇਲਸ ਹੈ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ 6 ਈਚ ਦਾ ਜਿਹੜਾ ਸਕੋਰ ਹੈ ਉਹ ਰਿਕੁਆਇਰਮੈਂਟ ਦੇ ਵਿੱਚ ਆਉਂਦਾ। ਜੇ ਇੱਕ ਮੋਡਿਊਲ ਦੇ ਵਿੱਚ 5.5 ਵੀ ਹੈਗਾ ਤਾਂ ਵੀ ਤੁਸੀਂ ਆਪਣਾ ਜਿਹੜਾ ਕੇਸ ਹੈ ਸਟੂਡੈਂਟ ਵੀਜ਼ਾ ਤੇ ਲਾ ਸਕਦੇ ਹੋ। ਤੇ ਇਹਦੇ ਲਈ ਸੈਪਟੈਂਬਰ ਇਨਟੇਕ ਹਲੇ ਓਪਨ ਹੈ, ਜਨਵਰੀ ਵੀ ਓਪਨ ਹੋ ਚੁੱਕਿਆ ਹੈ। ਤੇ ਇਹਦੇ ਵਿੱਚ ਡਿਪੈਂਡ ਕਰਦਾ ਬੱਚੇ ਨੇ +2 ਜਿਹੜੀ ਹੈ ਉਹ ਕਿਹੜੀ ਸਟਰੀਮ ਦੇ ਵਿੱਚ ਕੀਤੀ ਹੈ, ਤੇ ਉਹ ਸਟਰੀਮ ਤੋਂ ਰੈਲੇਵੈਂਟ ਜਿਹੜਾ ਕੋਰਸ ਹੈ ਉਹ ਬੱਚੇ ਨੂੰ ਅਸੀਂ ਦਿਲਾਉਂਦੇ ਹਾਂ। SDIS ਕੈਟੇਗਰੀ ਦੇ ਵਿੱਚ ਬਹੁਤ ਸਾਰੇ ਵਧੀਆ ਕਾਲਜਸ ਜਿਹਦੇ ਵਿੱਚ ਤੁਹਾਨੂੰ ਬਾਅਦ 'ਚ ਸਟੱਡੀ ਵੀਜ਼ਾ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲਦਾ ਹੈ। ਸਮ ਟਾਈਮ ਕੀ ਹੁੰਦਾ ਹੈ, ਬਾਹਰ ਬੱਚੇ ਨੂੰ ਆਪਸ਼ਨ ਮਿਲਦੀ ਹੈ ਤੁਸੀਂ ਪੈਕੇਜ ਲੈ ਲਓ, ਤੁਸੀਂ ਫੀਸ ਆਫਟਰ ਵੀਜ਼ਾ ਲੈ ਲਓ, ਬਟ ਬੱਚੇ ਉਸ ਚੀਜ਼ ਨੂੰ ਧਿਆਨ 'ਚ ਨਹੀਂ ਰੱਖਦੇ ਕਿ ਜਿਹੜਾ ਪੈਕੇਜ ਸਾਨੂੰ ਮਿਲ ਰਿਹਾ ਉਹ ਕਿਸ ਕਾਲਜ ਦੇ ਵਿੱਚ ਮਿਲ ਰਿਹਾ, ਕਿ ਉਸ ਕਾਲਜ ਦੇ ਵਿੱਚ ਪੋਸਟ ਸਟੱਡੀ ਵਰਕ ਪਰਮਿਟ ਅਵੇਲ ਹੈ ਕਿ ਨਹੀਂ ਹੈ। ਸਭ ਤੋਂ ਪਹਿਲਾਂ CIC ਦੀ ਸਾਈਟ ਤੋਂ ਜਾ ਕੇ ਤੁਸੀਂ ਵਿਜ਼ਿਟ ਕਰੋ ਤੇ ਆਪਣੀ ਜਿਹੜੀ ਫਾਈਲ ਹੈ ਉਹ ਇੱਕ CICC ਮੈਂਬਰ ਦੇ ਥਰੂ ਹੀ ਲਾਓ। ਇੱਕ ਕੰਸਲਟੈਂਟ ਨੂੰ ਚੋਣ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਦੇ ਨਾਲ ਨਾਲ ਇਹ ਵੀ ਚੈੱਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੇਰੀ ਫਾਈਲ ਸਹੀ ਕਾਲਜ ਦੇ ਵਿੱਚ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਹੈ, ਕਿ ਮੇਰੀ ਫਾਈਲ ਜੋ ਰਿਪਰੈਜ਼ੈਂਟ ਕਰ ਰਿਹਾ ਹੈ ਉਹ ਲਾਇਸੈਂਸ ਕੰਸਲਟੈਂਟ ਹੈ ਕਿ ਨਹੀਂ ਹੈ।
ਜੀ ਜੀ ਬਿਲਕੁਲ। ਸੋ ਇਹ ਦੇਖੋ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਖਾਸ ਜਾਣਕਾਰੀ ਜੋ ਅਸੀਂ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਜ਼ਰੂਰ ਰੱਖਿਆ ਕਰੋ, ਆਪਣੇ ਮਾਈਂਡ ਵਿੱਚ ਰੱਖਿਆ ਕਰੋ। ਕਿਤੇ ਵੀ ਕੋਈ ਪਰੇਸ਼ਾਨੀ ਹੋਵੇ ਤਾਂ ਇਹ ਨੰਬਰ ਜਿਹੜਾ ਇਸ ਨੂੰ ਤੁਸੀਂ ਨੋਟ ਕਰਕੇ ਰੱਖ ਸਕਦੇ ਹੋ, ਇਸ ਉੱਪਰ ਕਾਲ ਕਰੋ ਔਰ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਗੱਲ ਕਰ ਰਹੀ ਹਾਂ ਜਲੰਧਰ ਤੋਂ। ਜੀ ਤੇ ਕੀ ਮੈਮ ਮੇਰੀ ਪ੍ਰੋਫਾਈਲ ਇਹ ਹੈ ਕਿ ਮੈਂ ਟੀਚਿੰਗ ਪ੍ਰੋਫਾਈਲ 'ਚ ਹੈਗੀ, ਐਮਏ ਬੀਐਡ ਕੀਤੀ ਹੋਈ ਆ। ਓਵਰਆਲ ਬੈਂਡ ਸਕੋਰ ਮੇਰਾ ਜੀਟੀ 'ਚ ਹੈਗਾ 6 ਤੇ ਜੀ। ਮੈਂ ਫੈਮਿਲੀ ਪੀਆਰ ਲਈ ਅਪਲਾਈ ਕਰਨਾ ਹੈ। ਮੈਂ ਫੈਮਿਲੀ ਪੀਆਰ ਲਈ? ਹਾਂਜੀ ਬਿਲਕੁਲ ਸਿਮਰਨ, ਤੁਸੀਂ ਅਪਲਾਈ ਕਰ ਸਕਦੇ ਹੋ ਟੀਚਰ ਪ੍ਰੋਫਾਈਲ ਦੇ ਲਈ। ਇੱਕ ਤਾਂ ਟੀਚਰ ਦਾ ਜਿਹੜਾ ਪ੍ਰੋਫੈਸ਼ਨ ਹੈ ਉਹ ਡਿਮਾਂਡ ਦੇ ਵਿੱਚ ਸਸਕੈਚੁਅਨ ਦੇ ਵਿੱਚ ਵੀ ਚੱਲ ਰਿਹਾ ਹੈ, ਤੇ ਇਸ ਤੋਂ ਇਲਾਵਾ ਤੁਸੀਂ ਅਲਬਰਟਾ ਵੀ ਆਪਣੀ ਫਾਈਲ ਲਾ ਸਕਦੇ ਹੋ। ਤੇ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੇ ਇੱਦਾਂ ਦੇ ਪ੍ਰੋਵਿੰਸ ਵੀ ਹੈਗੇ ਜਿਹਦੇ ਵਿੱਚ ਸਪਾਂਸਰ ਵੀ ਅਵੇਲੇਬਲ ਹੈ। ਉਹਦੇ 'ਚ ਤੁਸੀਂ ਵਿਦ ਫੈਮਿਲੀ ਜਿਹੜੀ ਹੈ ਆਪਣੀ ਪੀਆਰ ਲਾ ਸਕਦੇ ਹੋ। ਪੀਆਰ ਦਾ ਸਭ ਤੋਂ ਖਾਸ ਜਿਹੜਾ ਪੁਆਇੰਟ ਹੈ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਪੀਆਰ ਜਦੋਂ ਅਸੀਂ ਅਪਲਾਈ ਕਰਦੇ ਹਾਂ ਉਹ ਵਿਦ ਫੈਮਿਲੀ ਹੀ ਹੁੰਦਾ ਹੈ। ਉਹਦੇ 'ਚ ਪੂਰੀ ਫੈਮਿਲੀ ਦਾ ਜਿਹੜਾ ਖਰਚਾ ਹੈ ਉਹ ਇਕੱਠਾ ਹੁੰਦਾ ਹੈ। ਐਮਬੈਸੀ ਫੀਸ ਡਿਫਰੈਂਟ ਹੁੰਦੀ ਹੈ, ਬਟ ਜਿਹੜੀ ਫਾਈਲ ਲਾਉਣ ਦਾ ਖਰਚਾ ਉਹ ਸੇਮ ਹੀ ਹੁੰਦਾ ਹੈ। ਉਹਦੇ 'ਚ ਤੁਸੀਂ ਆਪਣੀ ਪੂਰੀ ਫੈਮਿਲੀ ਨੂੰ ਇਕੱਠਾ ਲੈ ਕੇ ਕੈਨੇਡਾ ਜਾ ਸਕਦੇ ਹੋ। ਜੀ ਬਿਲਕੁਲ। ਤੇ ਮੈਂ ਅੱਗੋਂ ਗੱਲ ਕਰਾਂ ਅਗਰ ਸਕਿਲਡ ਵਰਕਰ ਵੀਜ਼ਾ ਦੀ ਕੈਟਾਗਰੀ ਵਿੱਚ ਤੁਸੀਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਇੱਕ ਆਰਟਿਸਟ ਵੀ ਜਿਹੜੇ ਨੇ, ਚਾਹੇ ਡਾਇਰੈਕਟਰ ਹੈ, ਐਕਟਰ ਹੈ, ਸਿੰਗਰ ਹੈ, ਉਹ ਵੀ ਅਪਲਾਈ ਕਰ ਸਕਦੇ ਨੇ। ਸੋ ਇਸ ਤਰ੍ਹਾਂ ਦੀ ਫੀਲਡ ਦੇ ਵਿੱਚ ਕਈ ਵਾਰੀ ਐਕਸਪੀਰੀਅੰਸ ਸਰਟੀਫਿਕੇਟ ਨਹੀਂ ਮਿਲਦੇ, ਤਾਂ ਉਹ ਕਿਵੇਂ ਅਪਲਾਈ ਕਰ ਸਕਦੇ ਆ? ਬਿਲਕੁਲ ਰਾਈਟ ਮੈਮ, ਇਹ ਬਹੁਤ ਹੀ ਤੁਹਾਡਾ ਰਾਈਟ ਕੁਐਸਚਨ ਹੈ। ਬੇਸਿਕਲੀ ਇਹ ਜਿਹੜੀ ਕੈਟਾਗਰੀ ਨੂੰ ਸੈਲਫ ਇੰਪਲੋਇਡ ਕੈਟਾਗਰੀ ਕਿਹਾ ਜਾਂਦਾ ਹੈ। ਸੈਲਫ ਇੰਪਲੋਇਡ ਕੈਟਾਗਰੀ ਦੇ ਵਿੱਚ ਜੇ ਤੁਸੀਂ ਆਪਣੇ ਆਪ ਤੋਂ ਕੋਈ ਇੰਪਲੋਇਮੈਂਟ ਜਿਹੜੀ ਹੈ ਕ੍ਰੀਏਟ ਕਰ ਰਹੇ ਹੋ, ਤੁਸੀਂ ਉਸ ਬੇਸਿਸ ਤੇ ਜਿਹੜੀ ਆਪਣੀ ਫਾਈਲ ਹੈ ਪੀਆਰ ਲਈ ਲਾ ਸਕਦੇ ਹੋ। ਇਹਦੇ 'ਚ ਕੋਈ ਡਰਾ ਦਾ ਵੇਟ ਕਰਨ ਦੀ ਬਿਲਕੁਲ ਲੋੜ ਨਹੀਂ ਹੁੰਦੀ। ਇਹ ਡਾਇਰੈਕਟ ਫਾਈਲਿੰਗ ਹੁੰਦੀ ਹੈ। ਦਿਸ ਇਜ਼ ਫॉर ਪਰਸਨੈਲਿਟੀ ਜਿਹੜੀ ਫੇਮਸ ਹੁੰਦੀ ਹੈ, ਜਿਵੇਂ ਐਕਟਰ ਹੋ ਗਏ, ਡਾਇਰੈਕਟਰ ਹੋ ਗਏ। ਇਹਦੇ 'ਚ ਸਾਨੂੰ ਕੋਈ ਐਕਸਪੀਰੀਅੰਸ ਇੱਦਾਂ ਦਾ ਨਹੀਂ ਚਾਹੀਦਾ ਕਿ ਅਸੀਂ ਜੀ ਇਸ ਕੰਪਨੀ 'ਚ ਕੰਮ ਕੀਤਾ ਹੈ ਜਾਂ ਮੈਂ ਬਿਜ਼ਨਸ ਰਨ ਕਰ ਰਿਹਾ। ਇਹਦੇ ਵਿੱਚ ਸਾਨੂੰ ਰੈਫਰੈਂਸ ਲੈਟਰ ਜਿਹੜੇ ਆ ਉਹ ਰਿਕਵਾਇਰਡ ਹੁੰਦੇ ਆ। ਜਿੰਨਾ ਵੀ ਕੋ ਐਕਟਰਸ ਦੇ ਨਾਲ ਤੁਸੀਂ ਕੰਮ ਕੀਤਾ ਹੈ, ਜਿੰਨਾ ਵੀ ਕੰਪਨੀਜ਼ ਦੇ ਨਾਲ ਤੁਸੀਂ ਕੰਮ ਕੀਤਾ ਹੈ, ਜਿੰਨੀ ਵੀ ਕ੍ਰਿਊ ਟੀਮ ਹੁੰਦੀ ਆ ਉਹਦੇ ਨਾਲ ਤੁਸੀਂ ਕੰਮ ਕੀਤਾ, ਤੁਸੀਂ ਉਹਨਾਂ ਤੋਂ ਉਹਨਾਂ ਦੇ ਪੇਪਰ ਤੇ ਲੈਟਰ ਹੈਡ ਤੇ ਲਿਖ ਕੇ ਲੈ ਸਕਦੇ ਹੋ ਕਿ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਹੈ। ਉਸ ਬੇਸਿਸ ਤੇ ਤੁਸੀਂ ਜਿਹੜੀ ਆਪਣੀ ਪੀਆਰ ਹੈ ਉਹਨੂੰ ਫਾਈਲ ਕਰ ਸਕਦੇ ਹੋ। ਤੇ ਇਹਦੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਆਇਲਸ ਦੀ ਕੋਈ ਮੈਂਡੇਟਰੀ ਨਹੀਂ ਹੈ। ਤੁਸੀਂ ਐਜ਼ ਅ ਸਿੰਗਰ, ਐਜ਼ ਅ ਐਕਟਰ, ਐਜ਼ ਐਨ ਜੋ ਵੀ ਤੁਹਾਡਾ ਪ੍ਰੋਫਾਈਲ ਹੈ, ਤੁਸੀਂ ਮੀਡੀਆ ਲਾਈਨ ਤੋਂ ਬਿਲੋਂਗ ਕਰਦੇ ਹੋ, ਐਥਲੀਟ ਹੋ, ਸਪੋਰਟ ਪਰਸਨ ਹੋ, ਤੁਸੀਂ ਆਪਣੀ ਜਿਹੜੀ ਫਾਈਲ ਹੈ ਪੀਆਰ ਲਈ ਲਾ ਸਕਦੇ ਹੋ। ਜੀ ਅਗਲਾ ਸਵਾਲ ਸੁਣਦੇ ਹਾਂ। ਹੈਲੋ ਹੈਲੋ ਹਾਂਜੀ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰਵਿੰਦਰ ਸਿੰਘ ਬੋਲ ਰਿਹਾ ਜਲੰਧਰ ਤੋਂ। ਜੀ ਕੀ ਸਵਾਲ ਹੈ? ਹਾਂਜੀ, ਸਵਾਲ ਕੀ ਹੈ ਤੁਹਾਡਾ? ਸਾਡਾ ਸਵਾਲ ਹੈ ਜੀ, ਮੇਰੇ ਨਾ ਪੀਟੀ ਚੋਂ 55 ਹੈ, ਠੀਕ ਹੈ। ਦੈਨ ਤਾਂ ਮੇਰਾ 2 ਸਾਲ ਦਾ ਗੈਪ ਹੈ, ਠੀਕ ਹੈ। ਤਾਂ ਮੇਰਾ ਆਸਟ੍ਰੇਲੀਆ ਦਾ ਬਣ ਸਕਦਾ? ਆਸਟ੍ਰੇਲੀਆ ਦਾ, ਓਕੇ। +2 ਕੀਤੀ ਹੈ ਕਿ ਗ੍ਰੈਜੂਏਸ਼ਨ ਕੀਤੀ ਹੈ? ਹਾਂਜੀ, +2 ਕੀਤੀ ਹੈ ਕਿ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ? ਗ੍ਰੈਜੂਏਸ਼ਨ ਕੀਤੀ ਹੈ। ਓਕੇ ਜੀ। ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਅਸੈਸਮੈਂਟ ਕਰਾਉਣੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੀ ਯੂਨੀਵਰਸਿਟੀ ਜਿਹੜੀ ਹੈ ਇਹਨਾਂ ਨੂੰ ਐਕਸੈਪਟ ਕਰ ਸਕਦੀ ਹੈ। ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਜਿਹੜਾ ਸਕਸੈਸ ਰੇਟ ਹੈ ਉਹ ਯੂਨੀਵਰਸਿਟੀਜ਼ ਦੇ ਵਿੱਚ ਬਹੁਤ ਵਧੀਆ ਹੈ, ਬਟ ਯੂਨੀਵਰਸਿਟੀ ਦੇ ਅਕੋਰਡਿੰਗ ਤੁਹਾਡਾ ਮੈਨੂੰ ਪੀਟੀ ਸਕੋਰ ਥੋੜ੍ਹਾ ਘੱਟ ਲੱਗ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਤੁਹਾਡੇ ਈਚ ਮੋਡਿਊਲ ਦੇ ਵਿੱਚ ਕਿੰਨੇ ਸਕੋਰ ਆਇਆ ਹੈ। ਉਸ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਹੈ ਐਕਸੈਪਟ ਕਰੇਗੀ ਤੁਹਾਨੂੰ। ਜੇ ਤੁਹਾਡਾ ਪ੍ਰੋਫਾਈਲ ਐਕਸੈਪਟ ਹੋ ਜਾਂਦਾ ਹੈ, ਐਕਸੈਪਟ ਹੋਣ ਤੋਂ ਬਾਅਦ ਆਫਰ ਲੈਟਰ ਆਉਣ ਤੋਂ ਬਾਅਦ ਤੁਹਾਡੀ GTE ਅਪਰੂਵਲ ਜਿਹੜੀ ਹੈ ਉਹ ਹੁੰਦੀ ਹੈ। GTE ਅਪਰੂਵਲ ਇਹ ਮੈਮ ਬਹੁਤ ਹੀ ਗੁੱਡ ਡਾਕੂਮੈਂਟ ਹੁੰਦਾ ਹੈ, ਬਿਕੋਜ਼ GTE ਅਪਰੂਵਲ ਜੈਨੂਇਨ ਟੈਂਪਰੇਰੀ ਐਂਟਰੈਂਟ ਜੇ ਬੱਚੇ ਦਾ ਪਾਸ ਹੋ ਜਾਂਦਾ, ਇਹਦਾ ਮਤਲਬ 90% ਜਿਹੜਾ ਬੱਚੇ ਦਾ ਵੀਜ਼ਾ ਹੈ ਉਹ ਹੋ ਚੁੱਕਾ ਹੈ। ਬਿਕੋਜ਼ ਜੋ ਰਿਸਪੌਂਸਿਬਿਲਿਟੀ ਪਹਿਲਾਂ ਐਮਬੈਸੀ ਦੀ ਹੁੰਦੀ ਸੀਗੀ ਤੁਹਾਡੇ ਫੰਡ ਵੈਰੀਫਾਈ ਕਰਨਾ, ਤੁਹਾਡੀ ਫਾਈਲ ਨੂੰ ਚੈੱਕ ਕਰਨਾ, ਉਹ GTE ਅਪਰੂਵਲ ਦੇ ਵਿੱਚ ਕਾਲਜ ਯੂਨੀਵਰਸਿਟੀ ਪਹਿਲਾਂ ਹੀ ਕਰ ਲੈਂਦੀ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ GTE ਅਪਰੂਵਲ ਆਉਣ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਟਿਊਸ਼ਨ ਫੀਸ ਹੈ ਉਹ ਪੇ ਕਰਨੀ ਹੁੰਦੀ ਹੈ। ਤੇ ਇਸ ਤੋਂ ਤੁਹਾਡੀ ਜਿਹੜੀ ਫਾਈਲ ਹੈ ਉਹ ਵੀ ਸਿਕਿਉਰ ਰਹਿੰਦੀ ਹੈ, ਪਲੱਸ ਤੁਹਾਡਾ ਫਾਈਨੈਂਸ਼ੀਅਲੀ ਕੋਈ ਲਾਸ ਹੋਣ ਦਾ ਵੀ ਜਿਹੜਾ ਹੈ ਉਹ ਨਹੀਂ ਰਹਿੰਦਾ ਹੈ, ਰੀਜ਼ਨ ਨਹੀਂ ਰਹਿੰਦਾ ਹੈ। ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ। ਤੇ ਮੈਂ ਇੱਥੇ ਜ਼ਰੂਰ ਜਾਣਨਾ ਚਾਹੂੰਗੀ ਕਿ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਹੋਰ ਕੈਨੇਡਾ ਪੀਆਰ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ, ਹੋਰ ਕਿਹੜੀ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਦੇ ਹੋ? We also do visitor visa, student visa, PR program and work permits for all countries. And ਸਭ ਤੋਂ ਜ਼ਿਆਦਾ ਸਾਡਾ ਜਿਹੜਾ ਰੁਝਾਨ ਹੈ ਉਹ ਕੈਨੇਡਾ ਵੱਲ ਹੈ। UK, US and ਆਸਟ੍ਰੇਲੀਆ ਵੀ ਅਸੀਂ ਡੀਲ ਕਰ ਰਹੇ ਹਾਂ। ਜੀ 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 ਬਿਲਕੁਲ। ਤੇ ਸੋ ਤੁਹਾਡਾ ਕੋਈ ਵੀ ਸਵਾਲ ਹੋਵੇ ਜੋ ਅਸੀਂ ਸ਼ੋਅ ਵਿੱਚ ਸ਼ਾਮਿਲ ਨਾ ਕਰ ਸਕੇ ਹੋਈਏ
ਤਾਂ ਤੁਸੀਂ ਹੁਣ, ਕਿਉਂਕਿ ਸਾਡੇ ਕੋਲ ਸਮਾਂ ਹੋਰ ਜ਼ਿਆਦਾ ਨਹੀਂ ਰਹਿ ਗਿਆ, ਅਸੀਂ ਕਾਲ ਰਿਸੀਵ ਨਹੀਂ ਕਰ ਸਕਾਂਗੇ, ਪਰ ਸ਼ੋਅ ਤੋਂ ਬਾਅਦ ਤੁਸੀਂ ਜ਼ਰੂਰ ਇਸੇ ਨੰਬਰ ਤੇ ਕਾਲ ਕਰੋ ਤੇ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰ ਸਕਦੇ ਹੋ। ਇੱਕ ਵਾਰ ਫਿਰ ਤੋਂ ਦੱਸਾਂ, ਮੋਹਾਲੀ ਸੈਕਟਰ 82 ਵਿੱਚ ਇਹਨਾਂ ਦਾ ਆਫਿਸ ਹੈ। ਆਪਣੇ ਡਾਕੂਮੈਂਟਸ ਲੈ ਕੇ ਆਓ, ਅਸੈਸਮੈਂਟ ਕਰਵਾਓ, ਚਾਹੇ ਕਿ ਤੁਸੀਂ ਕੈਨੇਡਾ ਪੀਆਰ ਤੇ ਅੱਗੇ ਵਧਣਾ ਚਾਹੁੰਦੇ ਹੋ, ਚਾਹੇ ਕਿ ਕੈਨੇਡਾ ਸਟੱਡੀ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ, ਕੋਈ ਵੀ ਸਵਾਲ ਇੱਕ ਵਾਰੀ ਜ਼ਰੂਰ ਅਸੈਸਮੈਂਟ ਕਰਵਾਓ ਤਾਂ ਕਿ ਸਹੀ ਰਾਹ ਤੁਹਾਨੂੰ ਪਤਾ ਚੱਲ ਸਕੇ। ਤੇ ਕਾਲਸ ਹੁਣ ਅਸੀਂ ਨਹੀਂ ਰਿਸੀਵ ਕਰ ਸਕਾਂਗੇ, ਸਮਾਂ ਸਾਡੇ ਕੋਲ ਹੋਰ ਨਹੀਂ ਬਚਿਆ, ਮਾਫੀ ਜ਼ਰੂਰ ਚਾਹਾਂਗੇ ਦਰਸ਼ਕਾਂ ਤੋਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਤੇ ਤੁਸੀਂ ਬਹੁਤ ਖਾਸ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।